मीडिया वाले हैं, गोदी मीडिया है, वो हम लोगों को क्या क्या नहीं कह रहा। हमारी माँ बहनों को आतंकवादी कहता है, कभी बिकाऊ कहता है, और समाज के सम्मानित लोग हमारी माँ बहनों को आतंकवादी कहता है। कोई शाहीन बाग में है तो वो आतंकवादी है, जिहादी है। कोई हमारी माँ बहन आई है, उसको 100 रुपये में बिका हुआ है, 100 रुपये में बिका हुआ है। मैं एक मुस्लिम हूँ, मेरा नाम एहसान खान है, मैं किसान नहीं हूँ, लेकिन फिर भी मैं सिर्फ इनके सहानुभूति में आया हूँ कि हमारी माँ बहनें, ये बच्चे आतंकवादी नहीं, ये भी हमारी तरह है। हमारे भाई जो शाहीन बाग में बैठे थे वो आतंकवादी नहीं थे, ये खालिस्तानी नहीं है। अगर खालिस्तानी होते तो यहाँ वो हथियार लेके आते। आप बताइए यहाँ किसके पास हथियार है। ਹੁਣ 1907 ਵਿੱਚ ਜਦੋਂ ਪੰਗੜੀ ਸੰਭਾਲ ਜੱਟਾ ਅੰਦੋਲਨ ਹੋਇਆ ਤਾਂ ਉਸ ਦੇ ਵਿੱਚ 3 ਬਿੱਲ ਗੋਰਿਆਂ ਨੇ ਜਿਹੜੇ ਥੋਪੇ ਸੀਗੇ ਇਸ ਦੇਸ਼ ਦੇ ਉੱਤੇ ਕਾਨੂੰਨ ਬਣਾਏ ਸੀਗੇ ਉਹ ਰੱਦ ਹੋਏ ਆ। ਔਰ ਇਤਿਹਾਸ ਗਵਾਹ ਹੈ ਕਿ ਉਹਦੇ ਨਾਲ ਕੋਈ ਮਤਲਬ ਹੌਸਲਾ ਬਣਿਆ ਆ ਉਹਨਾਂ ਦਾ, ਲੋਕਾਂ ਦਾ, ਵੀ ਉਹਨਾਂ ਦਾ ਤਾਲਮੇਲ ਹੀ ਬਣਿਆ ਆ। ਜੇ ਸਰਕਾਰ ਚਾਹੁੰਦੀ ਹੈ ਵੀ ਕਿਸਾਨ ਜਾਂ ਜੇ ਭਲਾ ਚਾਹੁੰਦੇ ਆ ਤੁਸੀਂ ਕਿਸਾਨਾਂ ਦਾ, ਤਾਂ ਫਿਰ ਕਿਸਾਨਾਂ ਲਈ ਤੁਸੀਂ ਬਿੱਲ ਬਣਾਏ ਆ, ਬਿਨਾਂ ਪੁੱਛੇ ਤੋਂ ਬਣਾਏ ਆ। ਹੁਣ ਕਿਸਾਨ ਸੜਕਾਂ ਦੇ ਉੱਤੇ ਕਹਿੰਦੇ ਆ ਕੇ ਬਿੱਲ ਰੱਦ ਕਰੋ, ਇਹਦਾ ਮਤਲਬ ਕਿਸਾਨ ਚਾਹੁੰਦੇ ਆ ਵੀ ਤੁਸੀਂ ਬਿੱਲ ਰੱਦ ਕਰਕੇ ਸਾਡਾ ਭਲਾ ਕਰੋ। ਅਡਾਨੀਆਂ ਬਾਨੀਆਂ ਨੇ ਇਹਨਾਂ ਨੂੰ ਦਿਸਿਆ ਐਗਰੀਕਲਚਰ ਸੈਕਟਰ ਬਹੁਤ ਤਗੜਾ ਹੈ, ਬਹੁਤ ਤਗੜਾ ਇਹਦੇ 'ਚ ਬਿਜ਼ਨਸ ਆ। ਜਦੋਂ ਇਹਦੀ ਪਿਛਲੀ ਤੁਸੀਂ ਵੇਖੋ, ਜਦੋਂ CM ਬਣਿਆ, ਔਰ ਇਹਦੇ ਕਰਕੇ ਅਡਾਨੀਆਂ ਬਾਨੀਆਂ ਨੇ ਇਹਨਾਂ ਪ੍ਰੋਮਿਸ ਹੀ ਕੀਤਾ ਸੀ ਕਿ ਤੈਨੂੰ ਅਸੀਂ ਚਿਹਰਾ ਜਿਹੜਾ ਅਸੀਂ ਖਰਚਾ ਸਾਰਾ ਜੋ ਕਰਕੇ ਤਾਂ ਜੋ ਸਾਡੇ ਸਾਰੇ ਜਿਹੜੇ ਬਿਜ਼ਨਸ ਆ ਤੁਸੀਂ ਸੈੱਟ ਕਰਨੇ ਕਰ ਰਿਹਾ। ਗੈਸ ਇਹਦੇ ਕੋਲ ਆ, ਤੇਲ ਇਹਦੇ ਕੋਲ ਆ ਸਰ। ਹੁਣ ਇਹਦੀ ਨਿਗਾਹ ਐਗਰੀਕਲਚਰ ਸੈਕਟਰ ਤੇ ਸੀ। अगर इधर कोई आवाज़ चुक देवे, एक जुमले बहुत बड़ी है इनके पास। इन्होंने क्या कहेंगे जी, खालिस्तानी है जी, पाकिस्तानी है जी, आतंकवादी है जी, मतलब। और एक और बहुत बढ़िया जुमला है हमारे प्राइम मिनिस्टर का, हमारे प्राइम मिनिस्टर नरेंद्र मोदी जी का, कि भाई लोगों को भ्रमित किया जा रहा है। ਤੁਸੀਂ ਅੱਤਵਾਦੀ ਕਹਿ ਕਿੰਨਾਂ ਨੂੰ ਰਹੇ ਹੋ? ਜਿਹੜੇ 3 ਮਹੀਨੇ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਆ। ਅੱਤਵਾਦੀ ਇਦਾਂ ਅੰਦੋਲਨ ਕਰਦੇ ਹੁੰਦੇ ਆ, ਇਦਾਂ ਆਪਣੇ ਹੱਕ ਮੰਗਦੇ ਹੁੰਦੇ ਆ। ਅਸੀਂ ਦੇਸ਼ ਵਾਸੀਆਂ, ਭਾਰਤ ਦੇ ਵਾਸੀਆਂ ਅੱਤਵਾਦੀ ਆ ਜਿਹੜੇ ਵਿੱਚ ਵੇਚਣ ਡਿਆ ਨੇ। ਇਹਨਾਂ ਦਾ ਕੋਈ ਕੰਮ ਨਹੀਂ ਇੱਥੇ ਬਹਿਣ ਦਾ। ਅਸੀਂ ਸਰਕਾਰ ਕਿਸਾਨਾਂ ਸਰਕਾਰ ਬਣਾਵਾਂਗੇ 2024 ਦੇ ਵਿੱਚ। ਇਹ ਤਾਂ ਕਿਸਾਨ ਲਾਲ ਕਿਲੇ ਦੇ ਕਿਸਾਨ ਦੇ ਝੰਡਾ ਚੁੱਲੂਗਾ ਸਾਡਾ ਜੀ। हमारी माँ बहनों को कहता है कि 100 रुपये में बिक रहे हैं ये लोग, यहाँ पर ही आके 100 रुपये में धरने पे बैठे हुए हैं। आप बताइए हमारे दिल पे क्या बीतती होगी जब हमारे माँ बहनों को आतंकवादी बोलते, जिहादी बोलते, नक्सलवादी बोलते। क्या मोदी सरकार को सुनाई नहीं देता ये बात कि हमारी माँ बहनों को क्या कहा जा रहा है, कितना बदनाम किया जा रहा है? अपने ही देश के लोगों से, अपने ही देश के लोगों से अपने ही लोगों को बदनाम करवा रहे हैं लोग। बताइए यहाँ कौन बंदा हथियार लेके आए? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਕੋਂਡਲੀ ਮੋਰਚੇ ਉੱਤੇ ਪਹੁੰਚੇ ਹੋਏ ਹਾਂ। ਦਿੱਲੀ ਜਿਸ ਰਵੱਈਏ ਉੱਤੇ ਆਈ ਹੋਈ ਹੈ, ਉਸ ਰਵੱਈਏ ਨੂੰ ਵੇਖਦਿਆਂ ਹੁਣ ਦਿਨੋਂ ਦਿਨ ਉਰੇ ਹਜ਼ੂਮ ਵੱਧਦਾ ਜਾ ਰਿਹਾ ਹੈ। ਜੀਰੇ ਤੋਂ, ਹਰੀਕੇ ਤੋਂ ਸਿੰਘ ਇਸ ਮੋਰਚੇ 'ਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਹੋਏ ਨੇ। ਉਹਨਾਂ ਨਾਲ ਗੱਲ ਕਰਦੇ ਹਾਂ, ਜਾਣਦੇ ਹਾਂ ਕੀ ਸੋਚਦੀ ਹੈ ਪੰਜਾਬ ਦੀ ਨੌਜਵਾਨੀ, ਕਿਸਾਨੀ, ਆਮ ਲੋਕ ਇਸ ਮੋਰਚੇ ਬਾਰੇ, ਅਤੇ ਇਸ ਮੋਰਚੇ ਦੀਆਂ ਕੀ ਪ੍ਰਾਪਤੀਆਂ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਿਉਂ ਪਹੁੰਚੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਾਂਗਾ। ਵੈਸੇ ਤਾਂ ਦੁਨੀਆ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿਉਂ ਪਹੁੰਚੇ ਆ, ਕਿਉਂ ਦਿੱਲੀ ਦੀ ਹਿੱਕ ਦੇ ਉੱਤੇ ਇਹ ਮੋਰਚਾ ਲੱਗਿਆ ਹੈ, ਪਰ ਫਿਰ ਵੀ ਇੱਕ ਵਾਰ ਮੋਦੀ ਸਰਕਾਰ ਦੇ ਕੰਨਾਂ ਤੱਕ ਫਿਰ ਵੀ ਜ਼ੋਰ ਨਾਲ ਦੱਸ ਦਿਓ ਕਿਉਂ ਪਹੁੰਚੇ ਆ। ਦੇਖੋ ਜੀ, ਕਿਉਂ ਪਹੁੰਚੇ ਆ, ਵੈਸੇ ਤਾਂ ਵਧੀਆ ਸਵਾਲ ਹੈ ਤੁਹਾਡਾ, ਕਿਉਂਕਿ ਹਰ ਇੱਕ ਦਾ ਇੱਕ ਹੀ ਦਰਦ ਹੈ ਕਿ ਜੋ ਅਸੀਂ ਅਨਾਜ ਪੈਦਾ ਕਰਨ ਵਾਲਾ ਕਿਸਾਨ ਆ, ਜੋ ਸਾਨੂੰ 3 ਵੇਲੇ ਜਿਸ ਨੂੰ ਅਸੀਂ ਮੱਥਾ ਟੇਕ ਕੇ ਆਪਣੇ ਅੰਦਰ ਬੁਰਕੀ ਜਾਂਦੀ ਹੈ ਸਾਡੀ, ਉਹ ਇੱਕ ਜਿਹੜਾ ਧਰਤੀ ਦਾ ਰੱਬ ਜਿਹਨੂੰ ਮੰਨਿਆ ਜਾਂਦਾ, ਅੰਨਦਾਤਾ ਮੰਨਿਆ ਜਾਂਦਾ ਆ, ਉਹ ਕਿਸਾਨ ਹੈ। ਅਤੇ ਕਿਸਾਨ ਹੀ ਉਹ ਹੈ ਜੋ ਇਹਨਾਂ ਦੇ ਟੇਬਲਾਂ ਤੱਕ ਚਾਹ ਦੀਆਂ ਕੱਪੀਆਂ ਤੋਂ ਲੈ ਕੇ ਇਹਨਾਂ ਦੀ ਰੋਟੀ ਤੱਕ ਪਹੁੰਚਾਉਂਦਾ ਹੈ। ਅੱਜ ਕਿਉਂ ਪਹੁੰਚੇ ਤਾਂ ਇਹੀ ਹੈ ਕਿ ਅਸੀਂ ਦਿੱਲੀ ਕਿਉਂ ਆਏ, ਕਿਉਂਕਿ ਪੰਜਾਬ ਬੈਠੇ ਸਾਡੇ ਵੀਰਾਂ ਨੂੰ 2-2 3-3 ਮਹੀਨੇ ਹੋ ਗਏ ਆ। ਹੁਣ ਮੈਂ ਆਪਣੇ ਕਿਰਤ ਵਜੋਂ, ਮੈਂ ਗੁਰੂ ਨੇ ਪ੍ਰਚਾਰਕ ਵੀ ਮੈਨੂੰ ਸੇਵਾ ਦਿੱਤੀ ਹੈ, ਕੀਰਤਨੀਏ ਵੀ ਆ, ਕਿਸਾਨਾਂ ਦੇ ਪਰਿਵਾਰਾਂ 'ਚੋਂ ਆ, ਕਿਸਾਨ ਪਰਿਵਾਰ ਹੈ ਸਾਡਾ। ਮਸਲਾ ਇਸ ਗੱਲ ਦਾ ਹੈ ਕਿ ਪੰਜਾਬ ਬੈਠਿਆਂ ਨੂੰ ਕੋਈ ਨਿਆਂ ਨਹੀਂ ਮਿਲਿਆ, ਦਿੱਲੀ ਵੱਲ ਨੂੰ ਕੂਚ ਕੀਤਾ। ਜੋ ਹਾਲਾਤ ਇਹਨਾਂ ਨੇ ਪੈਦਾ ਕੀਤੇ ਰਸਤਿਆਂ ਦੇ ਵਿੱਚ ਅਤੇ ਸਾਡੇ ਵੀਰਾਂ ਨਾਲ ਇੱਥੇ ਹੋਈਆਂ, ਅਸੀਂ ਅੱਜ ਪਹੁੰਚ ਕੇ ਦੇਖਿਆ ਵੀ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਇੱਥੇ ਬੈਠਿਆਂ ਨੂੰ, ਅਤੇ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਇਸ ਕਰਕੇ ਜੇ ਇੱਥੇ ਤੱਕ ਪਹੁੰਚੇ ਆ ਤਾਂ ਇਹਨਾਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਅੱਗੇ ਵੀ ਪਹੁੰਚ ਸਕਦੇ ਆ ਅਤੇ ਹਾਲਾਤ ਹੋਰ ਵੀ ਵਿਗੜ ਸਕਦੇ ਆ। ਅਤੇ ਤੁਸੀਂ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਦੀਆਂ ਉਹ ਮੰਨ ਕੇ ਮੰਗਾਂ ਦੀ ਜਿੱਥੇ ਗੱਲ ਹੈਗੀ ਹੈ ਕਿ ਹੁਣ ਕਿਸਾਨ ਜਥੇਬੰਦੀਆਂ ਯੈਸ ਔਰ ਨੋ ਦੇ ਉੱਤੇ
ਸਟੀਕ ਨੇ। ਉਹ ਕਹਿੰਦੀਆਂ ਨੇ ਕਿ ਸਾਨੂੰ ਆਨਸਰ ਯੈਸ ਜਾਂ ਨੋ ਦੇ ਵਿੱਚ ਦੇ ਦਿਓ, ਪਰ ਕੇਂਦਰ ਸਰਕਾਰ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਨੇ ਕਿ ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ, ਜੋ ਤੁਸੀਂ ਕਹਿੰਦੇ ਹੋ ਮੰਨ ਲੈਂਦੇ ਆ, ਪਰ ਬਿੱਲ ਰੱਦ ਨਹੀਂ ਕਰਦੇ। ਇਸ ਨੂੰ ਕਿੱਦਾਂ ਦੇਖ ਰਹੇ ਹੋ ਕਿ ਸਿਰਫ ਆਪਣੀ ਸ਼ਾਖ ਬਚਾਉਣ ਦੀ ਇੱਕ ਫੋਕੀ ਜਿਹਨੂੰ ਕਹਿੰਦੇ ਆ ਸ਼ਾਨ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਕਿਉਂਕਿ ਗੋਡੇ ਤਾਂ ਲੱਗ ਚੁੱਕੇ ਆ, ਬਸ ਸਿਰ ਨਹੀਂ ਝੁਕਾਉਣਾ ਚਾਹੁੰਦੇ। ਦੇਖੋ, ਜੇ ਸਿਰ ਝੁਕਾਉਣਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਕੋਈ ਉਹਦੇ ਵਿੱਚ ਇਹਨਾਂ ਦੀ ਆਪਣੀ ਸਾਖ ਸਿਰ ਝੁਕਾਇਆ ਬਚਦੀ ਹੈ। ਹੁਣ 1907 ਵਿੱਚ ਜਦੋਂ ਪੰਗੜੀ ਸੰਭਾਲ ਜੱਟਾਂ ਅੰਦੋਲਨ ਹੋਇਆ ਤਾਂ ਉਸ ਦੇ ਵਿੱਚ 3 ਬਿੱਲ ਗੋਰਿਆਂ ਨੇ ਜਿਹੜੇ ਥੋਪੇ ਸੀਗੇ ਇਸ ਦੇਸ਼ ਦੇ ਉੱਤੇ, ਕਾਨੂੰਨ ਬਣਾਏ ਸੀਗੇ, ਉਹ ਰੱਦ ਹੋਏ ਆ। ਔਰ ਇਤਿਹਾਸ ਗਵਾਹ ਹੈ ਕਿ ਉਹਦੇ ਨਾਲ ਕੋਈ ਮਤਲਬ ਹੌਸਲਾ ਬਣਿਆ ਆ ਉਹਨਾਂ ਦਾ, ਲੋਕਾਂ ਦਾ, ਵੀ ਉਹਨਾਂ ਦਾ ਤਾਲਮੇਲ ਹੀ ਬਣਿਆ ਆ। ਜੇ ਸਰਕਾਰ ਚਾਹੁੰਦੀ ਹੈ ਵੀ ਕਿਸਾਨ ਜਾਂ ਜੇ ਭਲਾ ਚਾਹੁੰਦੇ ਆ ਤੁਸੀਂ ਕਿਸਾਨਾਂ ਦਾ, ਤਾਂ ਫਿਰ ਕਿਸਾਨਾਂ ਲਈ ਤੁਸੀਂ ਬਿੱਲ ਬਣਾਏ ਆ, ਬਿਨਾਂ ਪੁੱਛੇ ਤੋਂ ਬਣਾਏ ਆ। ਹੁਣ ਕਿਸਾਨ ਸੜਕਾਂ ਦੇ ਉੱਤੇ ਕਹਿੰਦੇ ਆ ਕੇ ਬਿੱਲ ਰੱਦ ਕਰੋ, ਇਹਦਾ ਮਤਲਬ ਕਿਸਾਨ ਚਾਹੁੰਦੇ ਆ ਵੀ ਤੁਸੀਂ ਬਿੱਲ ਰੱਦ ਕਰਕੇ ਸਾਡਾ ਭਲਾ ਕਰੋ, ਤੇ ਤੁਸੀਂ ਕਰ ਦਿਓ। ਜਾਂ ਫਿਰ ਇਹ ਗੱਲ ਹੈ ਕਿ ਤੁਸੀਂ ਸਿਰਫ ਕਾਰਪੋਰੇਟਾਂ ਨੂੰ ਭਲਾ ਦੇਣਾ ਚਾਹੁੰਦੇ ਆ, ਕਿਉਂਕਿ ਇਹਨਾਂ ਨੇ ਦੇਖ ਲਿਆ ਕਿ ਅੱਜ ਤੋਂ ਮੈਂ ਇੱਕ ਮੈਸੇਜ ਇਹ ਵੀ ਦੇਣਾ ਚਾਹੁੰਦਾ ਹਾਂ ਕਿ ਕਾਰਪੋਰੇਟਾਂ ਨੇ ਕੀ ਦੇਖਿਆ ਪੰਜਾਬ ਦੀ ਧਰਤੀ ਤੇ, ਜੋ ਬਹੁਤੀਆਂ ਗੱਲਾਂ ਜਿਹੜੀਆਂ ਨੇ ਕਿ ਉਹ ਸਾਡੇ ਤੋਂ ਅੱਖੋਂ ਪਰੋਖੇ ਆ। ਕਈ ਵਾਰੀ ਮੈਨੂੰ ਜਿਸ ਗੱਲ ਦਾ ਪਤਾ ਲੱਗਦਾ ਸ਼ਾਇਦ ਦੂਸਰੇ ਨੂੰ ਲੱਗਦਾ। ਅਸੀਂ ਚਾਹੁੰਦੇ ਕਿ ਇੱਕ ਦੂਜੇ ਨਾਲ ਗੱਲ ਕੀਤੀ ਜਾਵੇ। 40 ਸਾਲ ਬਾਅਦ ਇਹੀ ਪੰਜਾਬ ਇਹਨਾਂ ਕਾਰਪੋਰੇਟਾਂ ਨੂੰ ਦਿਖ ਰਿਹਾ ਆ ਕਿ ਜੋ ਪੱਛਮੀ ਦੇਸ਼ ਨੇ, ਸਾਊਦੀ ਅਰਬ ਤੋਂ ਲੈ ਕੇ ਇਰਾਕ, ਈਰਾਨ ਜਾਂ ਹੋਰ ਜਿਹੜੇ ਯੂਰਪੀਅਨ ਦੇਸ਼ ਸਾਡੇ ਨਾਲ ਲੱਗਦੇ ਨੇ, ਇੱਥੋਂ ਜਿਹੜੀ 12 ਮਹੀਨੇ ਖੇਤੀ ਹੁੰਦੀ ਹੈ ਔਰ ਹਰ ਦੁਨੀਆ ਦੀ ਫਸਲ ਇੱਥੇ ਉਗਾਈ ਜਾਂਦੀ ਹੈ। ਪੰਜਾਬ ਹਰਿਆਣਾ ਦੀ ਧਰਤੀ ਤੇ ਇਹ ਜਿਹੜਾ ਮੱਧ ਏਸ਼ੀਆ ਮੱਧ ਵਰਗ ਦੇ ਵਿੱਚ ਜਿਹੜੀ ਇਹ ਉਪਜਾਊ ਜ਼ਮੀਨ ਹੈ, ਜਿਹਨੂੰ ਬਾਬਾ ਨਾਨਕ ਸਾਹਿਬ ਜੀਆਂ ਨੇ ਚੁਣਿਆ, ਜਿਸ ਧਰਤੀ ਨੂੰ ਇੱਥੇ ਖੇਤੀ ਕੀਤੀ, 10 ਗੁਰੂ ਸਾਹਿਬਾਨਾਂ ਨੇ ਚੁਣਿਆ, ਇਹਨਾਂ ਨੂੰ ਪਤਾ ਹੈ ਕਿ ਇੱਥੇ ਹਰ ਇੱਕ ਚੀਜ਼ ਅਸੀਂ ਉਗਾ ਸਕਦੇ ਹਾਂ। ਇੱਥੋਂ ਤੱਕ ਕਿ ਉਹ ਤੁਹਾਡੇ ਪਾਣੀ ਨੂੰ ਅਰਬ ਕੰਟਰੀਆਂ ਤੱਕ ਵੇਚਣ ਦੀ ਪਲੈਨਿੰਗ ਤੱਕ ਬਣਾ ਚੁੱਕੇ ਨੇ, ਉਹਨੂੰ ਬੋਤਲਾਂ ਦੇ ਵਿੱਚ ਪੈਕ ਕਰਕੇ ਅਰਬ ਕੰਟਰੀਆਂ ਭੇਜਣ ਦੀ। ਐਵੇਂ ਕਾਰਪੋਰੇਟ ਘਰਾਣਾ ਨਹੀਂ ਆਇਆ, ਅੱਜ ਦੀ ਪਲੈਨਿੰਗ ਨਹੀਂ ਹੈ ਇਹ ਇਹਨਾਂ ਦੀ ਬਹੁਤ ਸਮੇਂ ਦੀ ਪਲੈਨਿੰਗ ਆ। ਪਹਿਲਾਂ ਤਾਂ ਝੋਨਾ ਲਾ ਕੇ ਕਿਸਾਨ ਨੂੰ ਮਜਬੂਰ ਕੀਤਾ ਗਿਆ। ਹੁਣ ਜਿੱਥੋਂ ਤੱਕ MSP ਦੀ ਗੱਲ ਆ, MSP ਕਿਹੜੀ ਖੇਤੀ ਤੇ ਮਿਲਦੀ ਹੈ ਦੱਸੋ? ਗੰਨੇ ਤੇ ਮਿਲਦੀ ਹੈ, ਮੱਕੀ ਤੇ ਮਿਲਦੀ ਹੈ। ਕਿਸਾਨ ਤਾਂ ਬਦਲਾਅ ਕਰਨ ਨੂੰ ਤਿਆਰ ਬੈਠੇ ਨੇ। ਅਸੀਂ ਕਿਸਾਨਾਂ ਦੇ ਵਿੱਚ ਹੀ ਹਾਂ, ਅਸੀਂ ਵੀ ਖੇਤਾਂ ਦੇ ਵਿੱਚ ਜਾਣ ਵਾਲੇ ਹਾਂ। ਕੋਈ MSP ਦੇਣ ਤਾਂ ਸਹੀ, ਕਿਸਾਨ ਗੰਨਾ ਬੀਜਣਗੇ। ਸਾਡੇ ਲਾਗੇ ਹੁਣ ਹਰੀਕੇ ਤੋਂ ਤੁਸੀਂ ਗੱਲ ਕਰਦੇ ਹੋ ਤੇ ਤਰਨਤਾਰਨ ਦੇ ਵਿੱਚ ਇਹਨਾਂ ਕਾਂਗਰਸ ਸਰਕਾਰ ਦੇ ਨੁਮਾਇੰਦੇ ਦੀ ਇੱਕ ਮਿੱਲ ਜਿਹੜੀ ਹੈ ਉਹ ਖੰਡ ਮਿੱਲ ਬੰਦ ਪਈ ਹੈ। ਗੰਨਾ ਬੀਜ ਕੇ ਲਿਜਾਣਾ ਕਿੱਥੇ ਆ? ਫਿਰ ਤੁਸੀਂ 4 ਰੁਪਏ ਗੰਨਾ ਨਹੀਂ ਚੱਕਦੇ। ਔਰ ਅਗਲੇ ਬੰਨੇ ਜਿਹੜੇ ਲੋਕ ਅਜੇ ਵੀ ਦੁਕਾਨਾਂ ਤੇ ਬੈਠੇ ਨੇ, ਜਿਹੜੇ ਬਾਣੀਏ ਜਾਂ ਹੋਰ ਬਾਣੀਆਂ ਸਮਾਜ ਜਾਂ ਜਿਹੜੇ ਸਾਡੇ ਭਰਾ ਨੇ, ਜਿਹੜੇ ਦੁਕਾਨਦਾਰ ਨੇ, ਉਹ ਸੋਚਦੇ ਸ਼ਾਇਦ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ। ਮੈਂ ਇੱਕ ਗੱਲ ਦੱਸ ਦੇਵਾਂ ਕਿ ਤੁਹਾਡੇ ਘਰਾਂ ਤੱਕ ਉਹ ਖੰਡ 40 ਰੁਪਏ ਕਿੱਦਾਂ ਪਹੁੰਚ ਜਾਂਦੀ ਹੈ? 4 ਰੁਪਏ ਗੰਨਾ ਚੁੱਕ ਕੇ ਉਹਨੂੰ 10 ਗੁਣਾ ਰੇਟ ਉਹਦਾ 10 ਗੁਣਾ ਕਿੰਨੀ ਕੁ ਲਾਗਤ ਬਣ ਜਾਂਦੀ ਹੈ ਵੀ ਉਹਦੀ ਖੰਡ ਬਣਾਉਣ 'ਤੇ ਇੰਨਾ ਸਮਾਂ ਲੱਗ ਜਾਂਦਾ। ਹੁਣ ਮਸਲਾ ਇਸ ਗੱਲ ਦਾ ਫੇਰ ਆ ਗਿਆ ਕਿ ਇਹ MSP ਜਾਂ ਇਹ ਦੇ ਕੇ ਸਿਰਫ ਉੱਤੋਂ ਮਤਲਬ ਉੱਤੋਂ ਪਲੋਸ ਕੇ ਵਾਪਸ ਭੇਜਣਾ ਚਾਹੁੰਦੇ ਆ। ਮੇਰੇ ਹਿਸਾਬ ਨਾਲ ਘੱਟੋ ਘੱਟ ਸਾਨੂੰ ਸਵਾਮੀਨਾਥਨ ਰਿਪੋਰਟ ਉਸ ਦੇ ਉੱਤੇ ਹਾਮੀ ਭਰਵਾ ਕੇ ਵਾਪਸ ਹੋਣਾ ਚਾਹੀਦਾ ਆ ਕਿ ਆਹ 3 ਬਿੱਲ ਵੀ ਰੱਦ ਹੋਣ, ਨਾਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰਵਾਈ ਜਾਵੇ, ਤਾਂ ਜੋ ਇਨ ਫਿਊਚਰ ਕਦੇ ਇਦਾਂ ਦਾ ਮੋਰਚਾ ਲਾਉਣ ਦੀ ਨੌਬਤ ਹੀ ਨਾ ਆਵੇ। ਨਾਲੇ ਇਹ ਤਾਂ ਅਸੀਂ ਜਿੱਦਾਂ ਕਹਿੰਦੇ ਆ ਨਾ ਕਿ ਇੱਕ ਕਲਾ ਵਰਤ ਰਹੀ ਹੈ, ਉਸ ਵਾਹਿਗੁਰੂ ਦੀ ਇੱਕ ਕਲਾ ਹੈ। ਸਿੰਘ ਸ਼ਹੀਦ ਆਪ ਮੁਹਾਰੇ ਕਹਿ ਸਕਦੇ ਹਾਂ ਅਸੀਂ, ਅੰਗ ਸੰਗ ਸਹਾਈ ਹੋ ਕੇ ਸਿੰਘਾਂ ਦੇ ਇਸ ਮੋਰਚੇ ਦੀ ਆਪ ਅਗਵਾਈ ਕਰ ਰਹੇ ਨੇ। ਕਿਉਂਕਿ ਸਿਰਫ ਪੰਜਾਬ ਤੋਂ ਇਹ ਤੂਫਾਨ ਜਦੋਂ ਉੱਠਿਆ ਹੈ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਦਿੱਲੀ ਨੂੰ ਹਰ ਪਾਸਿਓਂ ਘੇਰਾ ਪੈ ਗਿਆ। UP MP ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਇਨਸਾਨ ਦੀ ਜ਼ਮੀਰ ਜਾਗੀ ਹੈ, ਹਰ ਕਿਸੇ ਨੇ ਚੜ੍ਹਾਈ ਦਿੱਲੀ ਵੱਲ ਕਰਨੀ ਸ਼ੁਰੂ ਕੀਤੀ ਹੈ। ਤੁਸੀਂ ਇਸ ਮੋਰਚੇ ਨੂੰ ਕਿਹੜੇ ਨਜ਼ਰੀਏ ਨਾਲ ਦੇਖਦੇ ਹੋ, ਕੀ ਦੇਖਦੇ ਹੋ? ਇਹ ਮੋਰਚਾ ਹੀ ਦੇਖੋ ਜਿਹੜਾ ਇਹ ਬਣਾਇਆ ਗਿਆ, ਇਹ ਕੀ ਸੀਗਾ ਕਿ ਅਡਾਨੀਆਂ ਬਾਨੀਆਂ ਨੇ ਇਹਨਾਂ ਨੂੰ ਦੱਸਿਆ ਐਗਰੀਕਲਚਰ ਸੈਕਟਰ ਬਹੁਤ ਤਗੜਾ ਹੈ ਜੀ, ਬਹੁਤ ਤਗੜਾ ਇਹਦੇ 'ਚ ਬਿਜ਼ਨਸ ਆ। ਜਦੋਂ ਇਹਦੀ ਪਿਛਲੀ ਤੁਸੀਂ ਵੇਖੋ, ਜਦੋਂ CM ਬਣਿਆ ਔਰ ਇਹਦੇ ਕਰਕੇ ਹੀ ਅਡਾਨੀਆਂ ਬਾਨੀਆਂ ਨੇ ਇਹਨਾਂ ਪ੍ਰੋਮਿਸ ਹੀ ਕੀਤਾ ਸੀ ਕਿ ਤੈਨੂੰ ਅਸੀਂ ਚਿਹਰਾ ਜਿਹੜਾ ਅਸੀਂ ਖਰਚਾ ਸਾਰਾ ਜੋ ਕਰਕੇ ਤਾਂ ਜੋ ਸਾਡੇ ਸਾਰੇ ਜਿਹੜੇ ਬਿਜ਼ਨਸ ਆ ਤੁਸੀਂ ਸੈੱਟ ਕਰਨੇ ਕਰ ਰਿਹਾ। ਗੈਸ ਇਹਦੇ ਕੋਲ ਆ, ਤੇਲ ਇਹਦੇ ਕੋਲ ਆ ਸਰ। ਹੁਣ ਇਹਦੀ ਨਿਗਾਹ ਐਗਰੀਕਲਚਰ ਸੈਕਟਰ 'ਤੇ ਸੀ ਅਡਾਨੀ ਤੇ, ਔਰ ਉਹ ਹੁਣ ਉਹਦੇ ਜਿਹੜੇ ਸਕੰਜੇ 'ਚ ਫਸਿਆ, ਉਸ ਕਰਕੇ ਇਹ ਨਿਕਲਣ ਦੀ ਕੋਸ਼ਿਸ਼, ਪਰ ਇਹ ਉਸ ਦੇ ਬਰਾਬਰ, ਕਿਉਂਕਿ ਇੱਕ ਅਡਾਨੀ ਬਾਨੀ ਹੈ, ਦੂਜੇ ਪਾਸੇ ਸਾਰਾ ਹਿੰਦੁਸਤਾਨੀ ਹੈ, ਠੀਕ ਹੈ ਨਾ। ਇਸ ਕਰਕੇ ਉਹ ਫਸ ਗਿਆ ਲੈ ਵੀ ਮੈਂ ਕਿਹੜੇ ਪੰਗਾ ਲੈ ਲਿਆ, ਪਰ ਉਹਨੂੰ ਕਰਨਾ ਹੀ ਪੈਣਾ, ਕਿਉਂਕਿ ਵੇਖੋ ਇਹ ਮੁੱਦਾ ਇਹ ਨੈਸ਼ਨਲ ਨਹੀਂ ਰਿਹਾ, ਇੰਟਰਨੈਸ਼ਨਲ ਬਣ ਗਿਆ, ਬਿਲਕੁਲ ਵਰਲਡ ਲੈਵਲ ਦਾ। ਹਰ ਦੇਸ਼ ਦੇ ਵਿੱਚ ਆਪਾਂ ਦੇਖਦੇ ਹਾਂ ਪਾਰਲੀਮੈਂਟ ਦਾ ਘਿਰਾਓ ਹੋ ਰਿਹਾ।
ਇਸ ਕਰਕੇ ਇਹਨਾਂ ਨੇ ਜਿਹੜੇ ਇਹ ਕਾਨੂੰਨ ਜਿਹੜੇ ਲੋਕਡਾਊਨ ਦੀ ਆੜ ਦੇ ਵਿੱਚ ਲੋਕ ਸਭਾ ਦੇ ਵਿੱਚ ਬਹੁਮਤ ਔਰ ਰਾਜ ਸਭਾ ਦੇ ਵਿੱਚ ਵੌਇਸ ਵੋਟਿੰਗ ਕਿ ਲੋਕਾਂ ਦੀ ਰਾਏ ਲਈ ਡੈਮੋਕ੍ਰੇਸੀ ਕੀ ਹੈ? ਡੈਮੋਕ੍ਰੇਸੀ ਤਾਂ ਇਹ ਹੈ ਲੋਕਾਂ ਦੁਆਰਾ ਲੋਕਾਂ ਵਾਸਤੇ, ਇਹਦੀ ਡੈਫੀਨੇਸ਼ਨ ਹੀ ਹੈ ਸਾਡੀ ਪੋਲਿਟਿਕਸ ਦੀ। ਪਰ ਇਹਨੇ ਕੀ ਪਾਰਲੀਮੈਂਟ 'ਚ ਕੋਈ ਬੰਦਾ ਸੱਦ ਕੇ ਆਪ ਦਾ ਮਤਾ ਪਾਸ ਕਰਕੇ ਕਰੋਨਾ ਜਦੋਂ ਇੱਕ ਪਾਸੇ ਦੇਸ਼ ਤਾਂ ਇੱਕ ਬਿਮਾਰੀ ਦੀ ਗ੍ਰਿਫਤ 'ਚ ਆਇਆ ਹੋਇਆ, ਤੈਨੂੰ ਇੱਕ ਕਿੱਡੀ ਐਮਰਜੈਂਸੀ ਹੈ। ਇਹ ਕਾਨੂੰਨ ਕੋਈ ਵੀ ਕਾਨੂੰਨ ਪਾਸ ਕਰਨਾ ਜਦੋਂ ਐਮਰਜੈਂਸੀ ਆ ਜੇ ਇਹੋ ਜਿਹੇ ਹਾਲਾਤਾਂ 'ਚ ਉਦੋਂ ਪਾਸ ਕੀਤਾ ਜਾਂਦਾ। ਪਰ ਇਹਨੇ ਕੀ ਕੀਤਾ, ਉਹ ਆੜ ਲੈ ਕੇ ਔਰ ਉਹਦੇ ਨਾਲ ਕੀ ਬਹੁਮਤ, ਕਿਉਂਕਿ ਜੇ ਰਾਜ ਸਭਾ 'ਚ ਵੋਟਿੰਗ ਕਰਾਉਂਦਾ ਤਾਂ ਪਾਸ ਨਹੀਂ ਸੀ ਹੋਣਾ, ਉਹਨੂੰ ਵੌਇਸ ਵੋਟਿੰਗ 'ਤੇ ਕਰਾ ਕੇ ਬਹੁਤ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਚੀਜ਼ ਪਾਸ ਕਰਵਾਈ ਗਈ ਹੈ। ਕਿਉਂਕਿ ਜਦੋਂ ਲੋਕਡਾਊਨ ਸੀਗਾ, ਲੋਕਡਾਊਨ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ GDP ਮਾਈਨਸ ਦੇ ਵਿੱਚ ਚਲੇ ਗਈ ਸੀ। ਸਿਰਫ ਖੇਤੀ ਇੱਕ ਅਜਿਹੀ ਚੀਜ਼ ਸੀ, ਜਾਂ ਕਹਿ ਸਕਦੇ ਇੱਕ ਅਜਿਹਾ ਬਿਜ਼ਨਸ ਸੀ, ਅਜਿਹਾ ਧੰਦਾ ਸੀ ਜਿਹੜਾ ਮੁਨਾਫੇ ਵਿੱਚ ਜਾ ਰਿਹਾ ਸੀ। ਤਾਂ ਫਿਰ ਅੰਬਾਨੀਆਂ ਅਡਾਨੀਆਂ ਦੇ ਤਲਵੇ ਚੜ੍ਹਦਿਆਂ ਹੋਇਆ ਇਹਨਾਂ ਨੇ ਸੋਚਿਆ ਕਿ ਸਭ ਕੁਝ ਲੋਕਡਾਊਨ ਦੇ ਵਿੱਚ ਘਾਟੇ 'ਚ ਜਾ ਰਿਹਾ ਹੈ, ਖੇਤੀ ਅੱਜ ਵੀ ਮੁਨਾਫੇ ਦੇ ਵਿੱਚ ਹੈ, ਤੇ ਕਿਉਂ ਨਾ ਇਸੇ ਤੇ ਕਬਜ਼ਾ ਕੀਤਾ ਜਾਵੇ। ਸੋਚਦਿਆਂ ਹੋਇਆਂ ਧੱਕੇ ਦੇ ਨਾਲ ਇਹ ਬਿੱਲ ਬਹੁਮਤ ਕਰਕੇ ਪਾਸ ਕੀਤੇ ਗਏ। ਪਰ ਇਹ ਭੁੱਲ ਗਏ ਸੀਗੇ ਮੋਦੀ ਦੇ ਚੇਲੇ ਅੰਬਾਨੀ ਅਡਾਨੀ ਕਿ ਉਹ ਮੱਥਾ ਕੇਸ ਕੌਮ ਨਾਲ ਲਾਣ ਜਾ ਰਹੇ ਨੇ। ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ 18 ਵਾਰ ਦਿੱਲੀ ਫਤਿਹ ਕੀਤੀ ਆ, ਹੁਣ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ 19 ਵਾਰ ਕੀਤੀ ਹੈ, ਕਿਉਂਕਿ ਫਤਿਹ ਹੋ ਚੁੱਕਿਆ ਮੋਰਚਾ ਇਹ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿਹੜੀ ਰੌਣਕ ਦਿੱਲੀ ਦੇ ਇਸ ਨੈਸ਼ਨਲ ਹਾਈਵੇ ਦੇ ਉੱਤੇ, ਬਾਕੀ ਸਾਰੇ ਨੈਸ਼ਨਲ ਹਾਈਵੇਜ਼ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਨਾ, ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਗੱਲਾਂ ਕਰ ਰਹੇ ਨੇ। ਤੇ ਇਹ ਜੋ ਮੂਵਮੈਂਟ ਸ਼ੁਰੂ ਹੋਈ ਹੈ ਪੰਜਾਬ ਤੋਂ, ਇਹ ਇਸ ਵੇਲੇ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਮੂਵਮੈਂਟ ਬਣ ਕੇ ਉੱਭਰੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਇਸ ਦੀ ਮਿਸਾਲ ਦਿੱਤੀ ਜਾ ਰਹੀ ਹੈ ਤੇ ਇਸ ਮੂਵਮੈਂਟ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਜਿਹੜੇ ਅੱਗੇ ਲੱਗੇ ਹੋਏ ਨੇ, ਕਿ ਉਹ ਇਸ ਵਾਰ ਜਿਸ ਮੋਰਚੇ ਨੂੰ ਅੱਗੇ ਅਗਵਾਈ ਕਰ ਰਹੇ ਹੋ, ਉਹਨਾਂ ਮੰਗਾਂ ਦੇ ਨਾਲ ਅੱਗੇ ਵਧੋ। ਆਪਣੀਆਂ ਮੰਗਾਂ ਘੱਟੋ ਘੱਟ ਇਹ ਕੈਂਸਲ ਕਰਵਾਉਣ ਦੇ ਨਾਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰਵਾਉਣ ਤੱਕ ਲੈ ਕੇ ਜਾਓ, ਕਿਉਂਕਿ ਜਿੰਨੇ ਦਿਨ ਮੋਰਚੇ ਵੱਧ ਰਹੇ ਨੇ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਭਰਾ, ਸਾਡੇ ਬਜ਼ੁਰਗ ਠਰ ਦੀਆਂ ਰਾਤਾਂ ਦੇ ਵਿੱਚ ਇਹਨਾਂ ਸੜਕਾਂ ਉੱਤੇ ਰਾਤਾਂ ਬਿਤਾ ਰਹੇ ਨੇ ਤੇ ਉਸ ਦੀ ਕੀਮਤ ਇਸ ਮੋਦੀ ਲਾਣੇ ਨੂੰ ਚੁਕਾਉਣੀ ਪੈਣੀ ਹੈ। ਤੇ ਅਸੀਂ ਆਪਣੀਆਂ ਸ਼ਰਤਾਂ ਮਨਾਉਣਾ ਜਾਣਦੇ ਨੇ ਤੇ ਹੁਣ ਧੌਣ ਤੇ ਗੋਡਾ ਇਹਨਾਂ ਦੇ ਰੱਖਿਆ ਗਿਆ ਆ। ਅਸੀਂ ਤਾਂ ਹੀ ਕਹਿੰਦੇ ਆ ਕਿਉਂਕਿ ਪਿਆਰ ਨਾਲ ਮਨਾ ਕੇ ਦੇਖ ਲਿਆ, ਨਹੀਂ ਮੰਨੇ, ਹੁਣ ਧੌਣ ਤੇ ਗੋਡਾ ਆ ਗਿਆ ਤੇ ਹੁਣ ਆਪਣੀ ਇਹ ਸ਼ਾਖ ਬਚਾਉਣਾ ਚਾਹੁੰਦੇ ਨੇ ਜੋ ਅਸੀਂ ਨਹੀਂ ਛੱਡਣੀ। ਅਸੀਂ ਆਪਣੀਆਂ ਸ਼ਰਤਾਂ ਮਨਾਉਣੀਆਂ ਹੀ ਮਨਾਉਣੀਆਂ ਨੇ। ਤੁਸੀਂ ਕੀ ਕਹੋਗੇ ਇਸ ਸਾਰੇ ਮੋਰਚੇ ਦੇ ਬਾਰੇ? ਮੈਂ ਗੁਰਬਚਨ ਸਿੰਘ ਜੀਰੇ ਤੋਂ ਆਇਆ ਜੀ। ਇਹ ਫੂਡ ਮਾਰਕੀਟ ਤੇ ਪੂਰੀ ਤਰ੍ਹਾਂ ਸਕੰਜਾ ਕੱਸਣ ਦਾ ਇੱਕ ਜਰੀਆ ਜੀ ਇਹ ਬਿੱਲ। ਔਰ ਜਿਹੜੀ ਫੂਡ ਆ, ਖਾਣਾ ਹੈ, ਉਹ ਹਰੇਕ ਬੰਦੇ ਦੀ ਲੋੜ ਆ, ਮੁੱਢਲੀ ਲੋੜ ਆ, ਉਹਦੇ ਬਿਨਾਂ ਰਹਿ ਨਹੀਂ ਸਕਦਾ। ਲੋਕਡਾਊਨ ਦੇ ਵਿੱਚ ਵੀ ਸਰਕਾਰ ਨੂੰ ਘਰ ਫੂਡ ਪਹੁੰਚਾਉਣਾ ਪਿਆ। ਸੋ ਉਸ ਮਾਰਕੀਟ ਨੂੰ ਕੈਪਚਰ ਕਰਨ ਲਈ, ਜਿਸ ਤਰ੍ਹਾਂ ਪਹਿਲਾਂ ਬਾਕੀ ਮਾਰਕੀਟਸ ਇਹਨਾਂ ਨੇ ਬੈਂਕਿੰਗ ਸੈਕਟਰ ਤੇ ਹੋਰ ਸਾਰੇ ਸੈਕਟਰ ਕੈਪਚਰ ਕਰ ਲਿਆ, ਫੂਡ ਮਾਰਕੀਟ ਨੂੰ ਕੈਪਚਰ ਕਰਨ ਦਾ ਇਹ ਇੱਕ ਬੜਾ ਹੀ ਖਤਰਨਾਕ ਰੁਝਾਨ ਆ, ਕਿਉਂਕਿ ਰੋਟੀ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ ਔਰ ਰੋਟੀ ਉਹਨਾਂ ਦੇ ਹੱਥ ਵਿੱਚ ਦੀ ਲੰਘ ਕੇ ਆਉਣੀ ਆ। ਜਿਸ ਤਰ੍ਹਾਂ ਅੱਗੇ ਕਿਸਾਨ ਤੋਂ ਖਰੀਦੀ ਹੋਈ 1900 ਰੁਪਏ ਨੂੰ ਕਣਕ ਮੌਲਾਂ ਦੇ ਵਿੱਚ 45 ਰੁਪਏ ਕਿਲੋ ਵਿਕ ਰਹੀ ਅੱਜ ਦੀ ਡੇਟ ਦੇ ਵਿੱਚ ਵੀ। ਤੁਸੀਂ ਆਪੇ ਹਿਸਾਬ ਲਾਓ, ਫ੍ਰੀ ਮਿਲਣ ਵਾਲਾ ਪਾਣੀ 20 ਰੁਪਏ ਦੀ ਬੋਤਲ ਮਿਲ ਰਹੀ ਆ। ਤੇ ਜੇ ਇਹਨਾਂ ਦੇ ਹੱਥ ਇਹ ਸਾਰਾ ਕੁਝ ਆ ਗਿਆ, ਜਿਸ ਤਰ੍ਹਾਂ ਇਹਨਾਂ ਨੂੰ ਸਟੋਰੇਜ ਦਾ ਤੇ ਪਰਚੇਸਿੰਗ ਦਾ ਇੰਨੀ ਵੱਡੀ ਪਾਵਰ ਦਿੱਤੀ ਜਾ ਰਹੀ ਆ, ਜਦੋਂ ਇਹਨਾਂ ਦੇ ਹੱਥ ਵੱਸ ਆ ਗਈ ਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ 100 ਰੁਪਏ ਤੋਂ ਉੱਪਰ ਆਟਾ ਖਰੀਦਣ ਲਈ ਮਜਬੂਰ ਹੋਵਾਂਗੇ। ਔਰ ਉਹਦੇ ਲਈ ਸਾਡੇ ਕਿਸੇ ਵੀ ਇੰਡੀਅਨ ਬੰਦੇ ਦੀ ਜੇਬ ਅਲਾਓ ਨਹੀਂ ਕਰ ਰਹੀ। ਔਰ ਇਸੇ ਕਰਕੇ ਹੀ ਸਾਰੇ ਲੋਕ ਉੱਠੇ। ਇਹਨਾਂ ਦੇ ਵਿੱਚੋਂ ਕਿਸਾਨ ਕਿੰਨੇ ਆ? ਕਿਸਾਨ ਤਾਂ ਭਾਵੇਂ ਥੋੜ੍ਹੇ ਆ, ਪਰ ਕੰਜ਼ਿਊਮਰ ਵੀ ਜਾਗ ਪਿਆ ਏ, ਉਹਨੂੰ ਵੀ ਆਪਦਾ ਖਤਰਾ ਮੰਡਰਾਉਣ ਲੱਗ ਪਿਆ ਉਹਦੇ ਅੱਗੇ ਵੀ। ਇਸ ਕਰਕੇ ਇਹ ਹਰ ਬੰਦੇ ਦੀ ਫਿਕਰ ਦਾ ਵਿਸ਼ਾ ਹੈ। ਇਸ ਕਰਕੇ ਸਾਰੇ ਧਰਮਾਂ ਦੇ ਲੋਕ, ਸਾਰੇ ਕਿੱਤਿਆਂ ਦੇ ਲੋਕ, ਸਾਰੇ ਸਟੇਟਾਂ ਦੇ ਲੋਕ ਦਿੱਲੀ ਨੂੰ ਚਾਰ ਚੁਫੇਰਿਓਂ ਘੇਰਾ ਪਾ ਕੇ ਬੈਠੇ ਆ ਔਰ ਇਹ ਪਾ ਕੇ ਉਨੀ ਦੇਰ ਤੱਕ ਰੱਖਣਗੇ ਜਿੰਨੀ ਦੇਰ ਤੱਕ ਇਹ ਬਿੱਲ ਵਾਪਸ ਨਹੀਂ ਲਏ ਜਾਂਦੇ। ਕਿਉਂਕਿ ਜਿਹੜੀ ਅਮੈਂਡਮੈਂਟ ਦੀ ਵੀ ਤੁਸੀਂ ਇੱਧਰ ਦੂਜੇ ਸਾਥੀਆਂ ਨੂੰ ਸਵਾਲ ਕਰ ਰਹੇ ਸੀ, ਅਮੈਂਡਮੈਂਟ ਜੇ ਹੁਣ ਹੋ ਸਕਦੀ ਹੈ ਤੇ ਦੁਬਾਰਾ ਵੀ ਹੋਏਗੀ। ਬਿਲਕੁਲ ਪਾਵਰ ਆ ਗਵਰਨਮੈਂਟ ਕੋਲੇ। ਅੱਜ ਅਮੈਂਡਮੈਂਟ ਕਰਕੇ ਸਾਨੂੰ ਘਰਾਂ ਨੂੰ ਮੋੜ ਦੇਣਗੇ, ਦੁਬਾਰਾ ਫੇਰ ਜਦੋਂ ਉਹਦੇ 'ਚ ਨਵੀਂ ਅਮੈਂਡਮੈਂਟ ਕਰਕੇ ਉਹੀ ਚੀਜ਼ ਵਾਪਸ ਲੈਣ ਦੀ, ਫਿਰ ਅਸੀਂ ਦੁਬਾਰਾ ਫੇਰ ਕਿਵੇਂ ਇਕੱਠੇ ਹੋਵਾਂਗੇ? ਇਹ ਇੱਕ ਚਾਲ ਆ ਔਰ ਸਾਡੇ ਲੀਡਰ ਬੜੇ ਸੁਹਿਰਦ ਆ, ਬੜੇ ਸਮਝਦਾਰ ਆ, ਉਹ ਚਾਲ 'ਚ ਨਹੀਂ ਆ ਰਹੇ। ਉਹ ਕਹਿੰਦੇ ਅਸੀਂ ਬਿੱਲ ਰੱਦ ਕਰਾਉਣੇ ਆ ਤੇ ਅਮੈਂਡਮੈਂਟ ਸਾਨੂੰ ਕੋਈ ਵੀ ਮਨਜ਼ੂਰ ਨਹੀਂ ਹੈ।
ਬਿਲਕੁਲ ਜੀ ਬਿਲਕੁਲ। ਆ ਮੈਂ ਵੀਰ ਪਿੱਛੇ ਮੈਂ ਦਿਖਾਉਣਾ ਚਾਹਾਂਗਾ ਪੋਸਟਰਸ ਦੇ ਉੱਤੇ, ਇੱਧਰ ਮਾਰੋ ਕੈਮਰਾ ਇੱਕ ਵਾਰ। ਇਹ ਬਹੁਤ ਵਧੀਆ ਲੱਗਦਾ ਜਦੋਂ ਪੀਲੀ ਪੱਤਰਕਾਰੀ ਨੂੰ ਇਸ ਤਰੀਕੇ ਦੇ ਨਾਲ ਥੋੜਾ ਲਾਮ ਲਸ਼ਕਰ ਦੇ ਨਾਲ ਜੱਗ ਜ਼ਾਹਿਰ ਕੀਤਾ ਜਾਂਦਾ ਹੈ, ਕਿਉਂਕਿ ਪੱਤਰਕਾਰੀ ਦਾ ਫਰਜ਼ ਸਾਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਤੇ ਸਾਡਾ ਫਰਜ਼ ਹੈ ਕਿ ਅਸੀਂ ਜੋ ਵੀ ਨਸ਼ਰ ਕਰੀਏ ਉਹ ਹੱਕ ਸੱਚ ਦੀ ਆਵਾਜ਼ ਹੋਵੇ, ਜੋ ਸੱਚਾਈ ਹੈ ਗਰਾਊਂਡ ਰਿਐਲਿਟੀ ਹੈ ਉਹ ਲੋਕਾਂ ਤੱਕ ਪਹੁੰਚਾਈਏ, ਕਿਉਂਕਿ ਅਸੀਂ ਜੋ ਹੱਥ ਦੇ ਵਿੱਚ ਮਾਈਕ ਫੜ ਕੇ ਝੂਠ ਬੋਲਾਂਗੇ ਅਗਰ ਉਹ ਲੋਕਾਂ ਤੱਕ ਪਹੁੰਚੇਗਾ ਉਹਨਾਂ ਨੂੰ ਘਰ ਬੈਠਿਆਂ ਨੂੰ ਉਹੀ ਲੱਗਣਾ ਹੈ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਉਹੀ ਲੱਗਣਾ ਹੈ ਕਿ ਅਜਿਹਾ ਹੀ ਵਾਪਰ ਰਿਹਾ ਹੋਵੇਗਾ। ਜੇ ਕਿਸੇ ਨੌਜਵਾਨ ਦੇ ਹੱਥ ਦੇ ਵਿੱਚ 3 ਫੁੱਟੀ ਨਜ਼ਰ ਆ ਗਈ, ਜੇ ਉਸੇ ਨੂੰ ਫੋਕਸ ਕਰਕੇ ਉਸੇ ਰੀਲ ਨੂੰ ਬਾਰ-ਬਾਰ ਚਲਾ ਕੇ ਅਸੀਂ ਖਾਲਿਸਤਾਨ ਦੇ ਨਾਲ ਇਸ ਮੋਰਚੇ ਨੂੰ ਜੋੜਦੇ ਹਾਂ ਤਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਅਸੀਂ ਖਰਾਬ ਤਾਂ ਕਰ ਰਹੇ ਹਾਂ, ਕਿਉਂਕਿ ਇਹ ਮੋਰਚਾ ਕਿਸੇ ਇੱਕ ਵਾਸਤੇ ਨਹੀਂ ਲੱਗਿਆ, ਕਿਸੇ ਇੱਕ ਕੌਮ ਵਾਸਤੇ ਨਹੀਂ ਲੱਗਿਆ, ਇਹ ਇਨਸਾਨੀਅਤ ਵਾਸਤੇ ਲੱਗਿਆ, ਹਰ ਧਰਮ ਹਰ ਵਰਗ ਵਾਸਤੇ ਲੱਗਿਆ ਹੈ। ਤਾਂ ਹੀ ਸ਼ਾਇਦ ਆ ਵੀ ਮੇਰੇ ਵੀਰ ਜਾਗਦੀਆਂ ਜ਼ਮੀਰਾਂ ਵਾਲੇ ਨੇ ਜਿਹੜੇ ਬਿਨਾਂ ਡਰੇ ਆ ਮੀਡੀਆ ਦੇ ਉਹ ਚੈਨਲਸ ਨੇ ਕੁਝ ਜਿਹੜੇ ਕਿ ਵਿਕਾਊ ਨੇ, ਬਹੁਤ ਵਧੀਆ ਤਰੀਕੇ ਨਾਲ ਪੱਤਰਕਾਰੀ ਕਰਦੇ ਨੇ ਤੇ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਹੈ ਜਿਸ ਦੇ ਵਿੱਚ ਵੀਰ ਕਹਿ ਰਿਹਾ ਸੀ ਕਿ ਗੋਦੀ ਮੀਡੀਆ ਜੀ ਤਬ ਤੁਮ ਕਹਾਂ ਥੇ जब 2 महीने से हम पंजाब में बैठे हुए थे। तो ऑब्वियस है खेतों के पराली ਨੂੰ किसान ਅੱਗ ਲਾ ਜਾਂਦਾ, ਉੱਥੇ ਤਾਂ ਬੜੀ ਛੇਤੀ ਨੈਸ਼ਨਲ ਮੀਡੀਆ ਪਹੁੰਚ ਜਾਂਦਾ ਆ, ਕਿਉਂਕਿ ਉਸ ਦੇ ਉੱਤੇ ਫਾਈਨ ਲੱਗਣਾ ਆ, ਕਿਸਾਨਾਂ ਦੇ ਪਰਚੇ ਪੈਣੇ ਨੇ, ਇਨਕਮ ਕਿਸੇ ਨਾ ਕਿਸੇ ਤਰੀਕੇ ਸਰਕਾਰ ਨੂੰ ਜਨਰੇਟ ਹੋਣੀ ਹੈ। ਪਰ ਅਗਰ ਮੋਰਚੇ ਲਾ ਕੇ ਕਿਸਾਨ ਬੈਠਿਆ ਆ, ਅਗਰ ਕਿਸਾਨ ਧਰਨਿਆਂ ਉੱਤੇ ਬੈਠਿਆ ਆ, ਉਹ ਕਵਰ ਕਰਨ ਵਾਸਤੇ ਕਦੀ ਨਹੀਂ ਪਹੁੰਚਣਗੇ ਕਿਉਂਕਿ ਕਿਸਾਨੀ ਦੀ ਆਵਾਜ਼ ਬਾਹਰ ਤੱਕ ਜਾਏਗੀ। ਪਰ ਹੁਣ ਹਰ ਕਿਸੇ ਦੇ ਹੱਥ ਦੇ ਵਿੱਚ ਮਾਈਕ ਹੈ, ਹਰ ਕਿਸੇ ਦੇ ਹੱਥ 'ਚ ਫੋਨ ਹੈ ਤੇ ਸੋਸ਼ਲ ਮੀਡੀਆ ਹਰ ਸੱਚਾਈ ਬਾਹਰ ਤੱਕ ਪਹੁੰਚਾ ਰਿਹਾ। ਵੀਰ ਬਹੁਤ ਦੇਰ ਦਾ ਵੇਟ ਕਰ ਰਿਹਾ, ਕੁਝ ਕਹਿਣ ਦਾ ਉਸ ਤੋਂ ਬਾਅਦ ਇਹਨਾਂ ਵੀਰਾਂ ਨਾਲ ਵੀ ਗੱਲ ਕਰਦੇ ਹਾਂ। ਬੋਲੋ ਵੀਰ ਜੀ, ਮੈਂ ਆਪ ਦੇ ਮਾਧਿਅਮ ਨਾਲ ਇੱਕ ਗੱਲ ਕਹਿਣਾ ਚਾਹੁੰਦਾ, ਇਹਨਾਂ ਬਈ ਜਿਹੜੇ ਲੋਕਤੰਤਰ ਤੇ ਸੰਵਿਧਾਨ ਇਹਨਾਂ ਨੂੰ ਸਮਝਾਉਣਾ। 543 ਲੋਕ ਸਭਾ ਨੇ ਸਾਡੀਆਂ ਜੀ, ਬਈ ਅੱਜ 542 ਤੇ ਇਲੈਕਸ਼ਨ ਹੁੰਦਾ। ਅਸੀਂ ਇਹ ਜਿਹੜੇ ਕਹਿੰਦੇ ਨਾ ਬਈ ਅਨਪੜ੍ਹ ਆ, ਸਾਡੇ किसान आंदोलन के अंदरूनी सूत्रों नाल पता चलिया कि वही वाशिंगटन DC के अंदर जिस टाइम हाउडी मोडी प्रोग्राम चलिया होया सी, उस टाइम कोई भी यह जा षड्यंत्र नहीं होया। जड़े सारा शांति आंदोलन का प्रतीक रहे ने हमारे साडे बई महात्मा गांधी जी, ठीक है जी, उन्होंने दे उत्ते उहदां दे मूँह दे उत्ते जद तक कोई गल नहीं चली सीगी कि भाई साढ़े अंदरूनी किसान आंदोलन के सूत्रों से पता चलिया कि भाई ये प्रायोजित भाई गवर्नमेंट के द्वारा प्रायोजित जो है प्रोग्राम वाशिंगटन के टाइम में क्यों नहीं भाई साढ़े भाई महात्मा गांधी जी के मुँह के उत्ते आया भाई खालसा जी का झंडा, भाई हुण क्यों खालसा जी का झंडा? ਇਹਦਾ मतलब ये कोई ना कोई साड़ी गवर्नमेंट के द्वारा प्रायोजित इस आंदोलन ਨੂੰ बदनाम करने का षड्यंत्र है कि मैं शुद्ध बुद्धि दे रहा इन्हों भाई। अज के मैं तो शर्मिंदगी हाँ भाई MP की जनता तो जिन्हें भाई अपना प्रज्ञा ठाकुर जैसे भी प्रज्ञा ठाकुर जैसे पार्लीमेंट च भेज दिता। उन्होंने ये नहीं पता अभी कहना की है, ये सर्वधर्म देश है जी। अच्छा, सर्वधर्म सबका मान करने वाला, इन्हों ये नहीं पता आकी और बाकी में अंतर की होंदा। ये ਜਿਹੜੇ ਕਹਿੰਦੇ ਨਾ ਬਈ ਹੁਣ ਸਾਡੇ ਕਹਾਵਤ ਪੰਜਾਬੀ 'ਚ ਬਈ ਵਾਹਿਗੁਰੂ ਜੀ का खालसा ਬਈ ਆਕੀ ਰਹੇ ਨਾ ਕੋਈ मतलब कोई आकी का मतलब की होंदा है जी। हिंदी से भी दस देना, पंजाबी से भी दस देना। आकी का मतलब ये होंदा जी भाई जब तक इस देश के धरती के ऊपर अगर कोई भी बुराई अगर कोई पैदा करने की कोशिश करूँगा तो वो बुराई के ऊपर जित करने ਲਈ ਅਸੀਂ खड़े हाँ, तैयार रहेंगे। साड़ी माता गुजरी जी ने खूह से छाल मारी जी, साढ़े गुरु गोबिंद सिंह जी ने बई अपने चारों बच्चों ਨੂੰ जी जिंदा जिंदा मतलब देश के लिए वार दिता जी, ठीक है जी। गुरु तेग बहादुर जी ने शीशगंज, गुरु तेग बहादुर जी ने शीशगंज गुरुद्वारे अज शीशगंज जी बनया होया साडा जी, उत्थे शीश कटाया जी धर्म इस देश ਨੂੰ बचाने वास्ते जी। ਇਹ ਕੀ कहना चाहते अगर आसाम साडे आसाम साइड बंदे साडे ਜਿਹੜੀ आवाज़ चुकते हैं अपने हक्कां ਲਈ ਤਾਂ ਉਹਨਾਂ ਨੂੰ क्या कहणगे बई ये आ गया उल्फावादी। कल्ले कल्ली दस दिना जी,
ਤੇ ਇੱਧਰ ਜੇ ਜਾਂਦੇ ਆ ਬਈ ਆਪਣਾ ਝਾਰਖੰਡ ਬਿਹਾਰ ਇੱਧਰ ਸਾਈਡ ਅਗਰ ਕੋਈ ਬੰਦਾ ਵਿਚਾਰਾ ਆਪਣੀ ਹੱਕਾਂ ਦੀ ਆਵਾਜ਼ ਲਈ ਉਠਾਉਂਦਾ ਕਿ ਬਈ ਸਾਡੇ ਜਿਹੜੇ ਜੰਗਲ ਜ਼ਮੀਨ ਜਵਾਦ ਹੈ ਬਈ ਇਹਨਾਂ ਨੂੰ ਬੱਚੇ ਰਹਿਣ ਦਿਓ, ਇਹ ਸਾਡੇ ਹੱਕਾਂ ਦੀ ਲੜਾਈ ਹੈ, ਉਹਨਾਂ ਨੂੰ ਕੀ ਕਹਿਣਗੇ ਜੀ ਮਾਓ ਨਕਸਲਵਾਦੀ। ਹੋਰ ਥੋੜਾ ਜਿਹਾ ਨੀਚੇ ਆ ਜਾਓ ਜੀ, ਉਹਨਾਂ ਨੂੰ ਕੀ ਕਹਿਣਗੇ ਮਾਓਵਾਦੀ। ਇੱਧਰ ਸਾਡੇ ਪੰਜਾਬ ਹਰਿਆਣੇ 'ਚ अगर इधर कोई आवाज़ चुक देवे, एक जुमले बहुत बड़ी है इनके पास, इन्होंने क्या कहेंगे जी खालिस्तानी है जी, पाकिस्तानी है जी, आतंकवादी है जी, मतलब। और एक और बहुत बढ़िया जुमला हमारे प्राइम मिनिस्टर का, हमारे प्राइम मिनिस्टर नरेंद्र मोदी जी का, कि भाई लोगों को भ्रमित किया जा रहा है। कोई भी अगर कोई अपने हक्का की आवाज़ उठा रहा है भाई साढ़े मैं आपके माध्यम से कहना चाह रहा हूँ जी, भाई साढ़ा जो आंदोलन है शांति प्रिय आंदोलन है भाई, इस आंदोलन किसान आंदोलन को भाई मैं कह रहा हूँ गवर्नमेंट के प्रायोजित, गवर्नमेंट के द्वारा प्रायोजित एलिमेंट्स यहाँ पे भेजे जा रहे हैं। भाई साढ़े अंदरूनी सूत्रों से पता चल रहा है किसान आंदोलन के माध्यम से कि इस आंदोलन को किस तरीके से इमरजेंसी पे तब्दील किया जाए। इमरजेंसी का मतलब मैं क्यों चक रहा जी, इमरजेंसी लगी थी जी भाई श्रीमती इंदिरा गांधी, भाई जिस टाइम लोक प्रकाश जयनारायण जी का आंदोलन चला हुआ था, उस टाइम मीडिया के ऊपर भाई का प्रबंध लगा भाई, उसको जो संदेश दिता जाता सीगा वही नशर हुंदा सी। आज के दिन भाई साढ़े अंदरूनी सूत्रों से पता चल रहा कि भाई इंदिरा गांधी की और चाल पे यही हमारे प्राइम मिनिस्टर मोदी साहब चल रहे हैं। अरे भाई एक बात बताओ, सन 87 के अंदर जिस टाइम दिल्ली का चीफ मिनिस्टर साहब सिंह वर्मा जी थे, उस टाइम आप सोनीपत इकाई के संघ चालक के प्रचारक थे। खट्टर टूटा सा स्कूटर रखता था खट्टर, और वो खट्टर है ना मेरे गांव की चौपाल में मोदी जी आप और खट्टर मेरे गांव के जुए की चौपाल में आके बहुत बढ़िया जुमले छोड़ रहे थे। हम तो देश भगत है जी, हम राष्ट्र भगत है जी, हम चले हैं जी देश सेवा करने। और भाई आज पूरा देश थोड़े ते यही मांग रहा कि भाई MSP और MRP में क्या अंतर होता है। ये आपके माध्यम से जी, मीडिया के माध्यम से मैं ये कह रहा हूँ, साढ़े अंदरूनी सूत्रों से पता चल रहा कि मीडिया के अंदर जो प्रायोजित प्रोग्राम हो रहा है वहाँ पे भाई जो हमारे मंत्री माननीय क्या कह रहे हैं जी, इनको पता नहीं है, इनको भ्रमित किया जा रहा है। हम समझाते हैं, एक एक को चैलेंज करता हूं जी। हरियाणा से रात को प्रायोजित प्रोग्राम हुआ जी हमारे कृषि मंत्री जी के साथ, वो गवर्नमेंट के हमारे अंदरूनी सूत्रों से पता चला कि किसान आंदोलन के अंदरूनी सूत्रों से पता चला है कि भाई वो एक प्रायोजित प्रोग्राम था। भाई वहाँ से भेजे गए वो बंदे ने, वो उसके गवर्नमेंट के द्वारा एलिमेंट्स थे वो, बिल्कुल ठीक है जी। तो इस एकता को खंडित करने की कोशिश की जा रही है जी, ठीक है जी। तो मैं पंजाबी से भी कहना चाहना, सारे भाइयों नू हिंदी से भी कहना चाह रहा, पूरे वर्ल्ड नू कहना चाह रहा भाई ये आंदोलन ये इतिहास बार बार नहीं आना, बार बार नहीं आना भाई। असी एक रहना, एक मुट्ठी नाल रहना, किसी की मूंगफली टिक्का नुकसान नहीं करना। ये सरकार दी कोई ताकत नहीं हैगी जिहड़ा सानू झुका सके, ना कदे झुके हैं। मेरे पिताजी सन 71 से लेफ्टिनेंट कमांडर रहे ने जी, और उन्होंने शहादत दी इस देश को। उनका पुत्र रमेश कुमार वही गांव जुआ जिला सोनीपत तो। मैं कहूँगा एक बार साइड हो जाओ प्लीज़, एंबूलेंस ਨੂੰ ਨਿਕਲਣ ਦਿਓ, ਥੋੜਾ ਸਾਈਡ ਕਰ ਦਿਓ, ਐਂਬੂਲੈਂਸ ਨੂੰ ਨਿਕਲਣ ਦਿਓ ਪਲੀਜ਼ ਰਸਤਾ ਦਿਓ, ਕਿਉਂਕਿ ਸਾਡੇ ਕਰਕੇ ਕਿਸੇ ਵੀ ਮਰੀਜ਼ ਨੂੰ ਜਾਂ ਐਂਬੂਲੈਂਸ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ। ਉਹਨਾਂ ਨੂੰ ਪਲੀਜ਼ ਕਹਿ ਦਿਓ ਕਿ ਅਗਰ ਐਂਬੂਲੈਂਸ ਕੱਢਣੀ ਹੈ ਤਾਂ ਉਹ ਐਂਬੂਲੈਂਸ ਕੱਢ ਸਕਦੇ ਨੇ। ਛੱਡੋ ਰਸਤਾ ਛੱਡੋ ਬਾਈ ਜੀ। ਤੇ ਕਿਉਂਕਿ ਮੋਦੀ ਸਰਕਾਰ ਬਾਰੇ ਜੋ ਵੀ ਗੱਲਾਂ ਇਸ ਵੇਲੇ ਵੀਰ ਨੇ ਕਹੀਆਂ ਉਹ ਬਹੁਤ ਹੱਦ ਤੱਕ ਜਾਇਜ਼ ਨੇ। जान दो एंबुलेंस जान दो, नौजवान पहुंचे हुए है। चलो मोदी सरकार मान्यता रही है, आपे हो जाऊगा। फिर तुसी ये सोच लियो कि कल नूं तुहाडे बच्चों ने तुहाडे तो पुछना कि उत्थे जो दिल्ली दी हिक ते मोर्चा लग्गिया सी उदों तुसी उत्थे हाज़री भरन गए सी या नहीं गए सी, ਤੇ ਉਦੋਂ ਤੁਹਾਡੇ ਕੋਲ ਜਵਾਬ ਨਹੀਂ ਹੋਣਾ, ਕਿਉਂਕਿ ਇਹ ਉਹ ਇਤਿਹਾਸ ਲਿਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਹਰ ਕਿਸੇ ਦਾ ਨਾਮ ਸ਼ੁਮਾਰ ਜ਼ਰੂਰ ਹੋਣਾ ਚਾਹੀਦਾ ਹੈ। ਇਹ ਬਾਪੂ ਜੀ ਆਨਾ ਮੈਂ ਤੁਹਾਡੇ ਕੋਲ ਚਲੋ ਤੁਸੀਂ ਆਪਣੀ ਗੱਲ ਕੰਪਲੀਟ ਕਰੋ, ਫਿਰ ਮੈਂ ਉਸ ਤੋਂ ਬਾਅਦ ਨੌਜਵਾਨਾਂ ਕੋਲ ਜਾਣਾ। ਮੈਂ ਇਹ ਕਹਿਣਾ ਚਾਹੁੰਦਾ ਜੀ, ਜਿਹੜੇ ਸਾਡੇ ਮੀਡੀਆ ਦੇ ਸੂਤਰ ਨੇ ਜੀ, ਜਿਹੜੇ ਸਾਡੇ ਗਵਰਨਮੈਂਟ ਕੇ ਸੂਤਰ ਨੇ, ਸਾਡੇ ਕਿਸਾਨ ਕੇ ਸੂਤਰ ਵੀ ਹੈਗੇ ਆ।
ਇਹ ਨਾ ਸਮਝੋ ਕਿ ਵੀ ਕਿਸਾਨ ਅੰਦੋਲਨ 'ਚ ਸੂਤਰ ਨਹੀਂ ਹੈਗੇ, मीडिया के सूत्र होते हैं, गवर्नमेंट के सूत्र होते हैं, तो आंदोलन के भी सूत्र होते हैं। भाई आंदोलन को बदनाम ना करे ये गवर्नमेंट, इनमें एलिमेंट ना घुसाए। ਚਲੋ ਉਹ ਤਾਂ ਪਤਾ ਲੱਗ ਗਿਆ, ਸਾਰਿਆਂ ਨੂੰ ਪਤਾ ਹੈ ਉਹ ਤਾਂ, ਕਿਉਂਕਿ ਬਹੁਤ ਤਰੀਕੇ ਦੇ ਨਾਲ ਅਲੱਗ-ਅਲੱਗ ਐਲੀਮੈਂਟਸ ਬਾੜ ਕੇ ਇਸ ਮੋਰਚੇ ਨੂੰ ਵੀ ਵਿਫਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੜੀਆਂ ਵੀ ਪਤਾ ਲੱਗਿਆ ਸੀ ਕਿ ਬਾਰਡਰ ਦੇ ਉੱਤੇ ਖੜੀਆਂ ਕੀਤੀਆਂ ਗਈਆਂ ਸੀ, ਜਿਹਨਾਂ ਦੇ ਹੱਥ ਬੀਅਰ ਦੀਆਂ ਬੋਟਲ ਸੀਗੀਆਂ। ਇਹ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਈਆਂ ਨੇ ਕਿਉਂਕਿ ਨੌਜਵਾਨ ਪਹੁੰਚਿਆ ਹੋਇਆ ਆ। ਪਰ ਇਹ ਸਰਕਾਰ ਚਾਹੁੰਦੀ ਹੈ ਕਿ ਕਿਸੇ ਤਰੀਕੇ ਕੋਈ ਐਸਾ ਰੀਜ਼ਨ ਉਹਨਾਂ ਨੂੰ ਮਿਲ ਜੇ ਜਿਸ ਕਰਕੇ ਕੋਈ ਸਿਚੁਏਸ਼ਨ ਲਾਅ ਐਂਡ ਆਰਡਰ ਦੀ ਇਹੋ ਜਿਹੀ ਬਣੀ ਕਿ 2-4 ਜਣਿਆਂ ਨੂੰ ਚੱਕ ਕੇ ਅੰਦਰ ਕੀਤਾ ਜਾਵੇ ਜਾਂ ਲਾਠੀਚਾਰਜ ਕੀਤਾ ਜਾਵੇ ਤਾਂ ਜੋ ਭੱਜ ਦੌੜਦੀ ਹੋਵੇ। ਪਰ ਸਾਡੇ ਆਗੂ ਬਹੁਤ ਸਮਝਦਾਰ ਨੇ, ਉਸ ਤੋਂ ਵੱਧ ਸਮਝਦਾਰ ਹੁਣ ਪੰਜਾਬ ਦੀ ਨੌਜਵਾਨੀ ਹੋ ਗਈ ਹੈ ਜਿਹੜੀ ਆ ਹੱਥਾਂ ਦੇ ਵਿੱਚ ਲੈ ਕੇ। ਤੁਸੀਂ ਵੀਰ ਪਹਿਲਾਂ ਦੱਸੋ ਕਿੱਥੋਂ, ਹਰਿਆਣੇ ਤੋਂ ਜਾਂ ਪੰਜਾਬ ਤੋਂ? ਪੰਜਾਬ ਤੋਂ, ਮਾੜੀ ਮੇਗਾ ਪਿੰਡ ਆ ਜੀ, ਬਾਰਡਰ ਦੇ ਉੱਤੋਂ ਅਸੀਂ ਆਏ। ਤੇ ਆ ਮੈਨੂੰ ਥੋੜਾ ਜਿਹਾ ਐਕਸਪਲੇਨ ਕਰੋਗੇ ਕਿ ਹੱਥ ਦੇ ਵਿੱਚ ਤੁਸੀਂ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਆ ਮੀਡੀਆ ਨੂੰ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ ਤੇ ਉਸ ਤੋਂ ਬਾਅਦ ਫਿਰ ਇਸ ਦੇ ਉੱਤੇ ਆਵਾਂਗੇ। ਅਗਰ ਹੱਕ ਮੰਗਣਾ ਅੱਤਵਾਦ ਹੈ ਤਾਂ ਹਾਂ, ਸਾਰਾ ਦੇਸ਼ ਅੱਤਵਾਦੀ ਹੈ। ਮੈਂ ਉਹੀ ਗੱਲ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਇਹੀ ਗੱਲ ਆਖੀ ਸੀ ਕਿ ਹੁਣ ਤਾਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਬੰਦਾ ਕਹਿ ਰਿਹਾ ਆ ਕਿ ਅਗਰ ਆਪਣੇ ਹੱਕ ਮੰਗਣੇ ਅੱਤਵਾਦ ਆ ਤਾਂ ਅਸੀਂ ਅੱਤਵਾਦੀ ਹਾਂ। ਹੁਣ ਤੁਸੀਂ ਅੱਤਵਾਦੀ ਆਖ ਲਓ, ਵੱਖਵਾਦੀ ਆਖ ਲਓ, ਪੂਰੇ ਭਾਰਤ ਨੂੰ ਕਹੋਗੇ? ਪਹਿਲਾਂ ਤਾਂ ਪੰਜਾਬ ਨੂੰ ਬੜੀ ਛੇਤੀ ਟਾਰਗੇਟ ਕਰ ਲੈਂਦੇ ਸੀ, ਹਰਿਆਣੇ ਨੂੰ ਟਾਰਗੇਟ ਕੀਤਾ ਜਾਂਦਾ ਸੀ। ਕੀ ਕਹੋਗੇ ਮੀਡੀਆ ਬਾਰੇ? ਮੀਡੀਆ ਬਾਰੇ ਜੀ, ਮੀਡੀਆ ਦਾ ਕੰਮ ਹੁੰਦਾ ਏ 100% ਸੱਚ ਖਬਰ ਦਿਖਾਉਣਾ, ਚਾਹੇ ਜਿੱਦਾਂ ਦੀ ਮਰਜ਼ੀ ਹੋਵੇ। ਪਰ ਇਹ ਜਿਹੜਾ ਮੀਡੀਆ ਹੈ, ਨੈਸ਼ਨਲ ਮੀਡੀਆ, ਇਹ ਤੇ ਤੁਹਾਨੂੰ ਤਕਰੀਬਨ ਸਾਰੇ ਆਲ ਓਵਰ ਇੰਡੀਆ ਨੂੰ ਹੀ ਪਤਾ ਹੈ ਵੀ ਇਹ ਸਿਰਫ ਗੋਦੀ ਮੀਡੀਆ ਬਣ ਕੇ ਹੀ ਰਹਿ ਗਿਆ ਹੈ। ਇਹ ਚੈਨਲ ਸਿੱਖਾਂ ਬਾਰੇ ਜਾਂ ਕਿਸਾਨ ਅੰਦੋਲਨ ਬਾਰੇ ਕੋਈ ਖਬਰ ਨਹੀਂ ਦਿਖਾਈ। ਇਹ ਸਿਰਫ ਜਦੋਂ ਆਪਣੇ ਪੰਜਾਬ 'ਚ ਅੱਗਾਂ ਲੱਗਦੀਆਂ, ਧੂਆਂ ਲੱਗਦਾ ਏ, ਉਹ ਬਸ ਉਸੇ ਵੇਲੇ ਵਿਖਾਉਣ ਲੱਗ ਪੈਂਦੇ ਆ। ਜੇ ਦਿੱਲੀ में धुआं आ गया, जे पंजाब से धुआं चल के आ गया, ये किसानों को ऐसे कर दो, जुर्माना लाने वास्ते ये बहुत बड़े ਜਾਣੀ ਕਿ ਦਿਖਾਵਾ ਕਰਦੇ ਆ। ਕਿਉਂਕਿ ਜੇ ਕੋਈ ਹੁਣ ਕਿਸਾਨ ਦਾ ਅੰਦੋਲਨ ਚੱਲ ਰਿਹਾ ਹੈ, ਕੋਈ ਤਕਰੀਬਨ ਪੌਣੇ 3 ਮਹੀਨੇ ਹੋ ਗਿਆ, ਪਹਿਲਾਂ ਪੰਜਾਬ 'ਚ ਚੱਲ ਰਿਹਾ ਸੀ, ਹੁਣ ਦਿੱਲੀ 'ਚ ਚੱਲ ਰਿਹਾ ਹੈ। ਇਹਨਾਂ ਨੇ ਕਦੀ ਨਹੀਂ ਦਿਖਾਇਆ, ਇਹ ਸਿਰਫ ਇਹੀ ਵਿਖਾਈ ਜਾਂਦੇ ਆ। ਇਹਦੇ ਵਿੱਚ ਖਾਲਿਸਤਾਨੀ ਆ ਗਿਆ, ਇਹਦੇ ਵਿੱਚ ਮਾਰਕਸਵਾਦੀ ਆ ਗਿਆ, ਇਹਦੇ ਵਿੱਚ ਕੋਈ ਆ ਗਿਆ, ਕਦੀ ਆਤੰਕਵਾਦੀ ਆ ਗਿਆ। ਇਹ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਅੰਦੋਲਨਾਂ ਨੂੰ ਇਹ ਠੇਸ ਪਹੁੰਚਾਉਂਦੇ ਆ ਵੀ ਜਾਣੀ ਕਿ ਮੋਦੀ ਦੀਆਂ ਗੱਲਾਂ ਕਰਦੇ ਆ, ਕਿਉਂਕਿ ਮੋਦੀ ਦੇ ਇਹ ਵਿਕੇ ਹੋਏ ਆ। ਕਿਉਂਕਿ ਜਿੱਦਾਂ ਮੋਦੀ ਨੇ ਪਹਿਲਾਂ ਵੀ ਸਰਕਾਰ 2014 'ਚ ਵੀ ਸਰਕਾਰ ਬਣਾਉਣ ਲੱਗਿਆ ਇਹਨਾਂ ਨੂੰ ਬਹੁਤ ਪੈਸਾ ਦਿੱਤਾ ਸੀ, ਉਦੋਂ ਦੇ ਇਹ ਖਰੀਦੇ ਹੋਏ ਆ। ਇਹ ਹਰ ਗੱਲ ਮੋਦੀ ਰਾਤ ਦਿਨ ਮੋਦੀ ਕਰੀ ਜਾਂਦੇ ਆ। ਇਸੇ ਕਰਕੇ ਜਾਂ ਤੁਸੀਂ ਵੇਖੋ ਤਸਵੀਰ ਦੇ ਵਿੱਚ ਅਸੀਂ ਵਿਖਾਇਆ ਏ, ਇਹ ਮੋਦੀ ਖੁਦ ਬਾਂਦਰ ਬਣਿਆ ਹੋਇਆ ਏ ਤੇ ਇਹ ਜਿਹੜੇ ਅਡਾਨੀ ਤੇ ਅਬਾਨੀ ਇਹ ਡੰਗਰ ਆ। ਜਿੱਦਾਂ ਡੰਗਰ ਨਹੀਂ ਰੱਜਦੇ ਆਪਾਂ ਪੱਠੇ ਪਾ ਕੇ ਜਿੰਨਾ ਮਰਜ਼ੀ ਪਾ ਲਈਏ, ਉਹ ਨਹੀਂ ਰੱਜਦੇ, ਤੇ ਉੱਦਾਂ ਹੀ ਇਹ ਅਡਾਨੀ ਅਬਾਨੀ ਹੋਣੀ ਵੀ ਨਹੀਂ ਰੱਜਦੇ। ਤੇ ਇਹਨਾਂ ਨੇ PM ਮੋਦੀ ਨੂੰ ਬਾਂਦਰ ਬਣਾਇਆ ਏ ਤੇ ਜੋ ਕੁਝ ਵੀ ਇਹ ਕਰੀ ਜਾਂਦੇ, ਜਿੱਦਾਂ ਕਹਿੰਦੇ ਉੱਦਾਂ ਹੀ ਇਹ ਨੱਚੀ ਜਾਂਦਾ ਏ। ਉਸ ਤੋਂ ਅੱਗੇ ਇਹ ਜਿਹੜਾ ਮੀਡੀਆ ਏ, ਇਹਨਾਂ ਦੀ ਡੋਰ ਵੀ ਇਸ ਬਾਂਦਰ ਦੇ ਹੱਥ ਹੀ ਆ। ਤੇ ਇਹ ਵੇਖ ਲਓ ਤੁਹਾਡੇ ਸਾਹਮਣੇ ਕਿੱਦਾਂ ਕਿਹੋ ਜਿਹੀਆਂ ਤਸਵੀਰਾਂ ਦੇ ਵਿੱਚ ਅਸੀਂ ਪੇਸ਼ ਕੀਤਾ। ਅਸੀਂ ਮਜਬੂਰ ਹੋ ਕੇ ਪੇਸ਼ ਕੀਤਾ ਕਿਉਂਕਿ ਕਿਸਾਨਾਂ ਵਾਸਤੇ, ਇਹ ਅੰਦੋਲਨ ਵਾਸਤੇ ਕੁਝ ਨਹੀਂ ਦਿਖਾ ਰਹੇ। ਇਹ ਸਿਰਫ ਮੋਦੀ ਦੇ ਗੁਣ ਗਾਈ ਜਾਂਦੇ ਆ ਰਾਤ ਦਿਨ। ਕਦੀ ਕੋਈ ਮੁਹਿੰਮ ਚਲਾ ਦਿੰਦੇ ਆ, ਕਦੀ ਕੋਈ ਮੁਹਿੰਮ ਚਲਾ ਦਿੰਦੇ ਆ। ਬਿਲਕੁਲ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਜੋ ਸੱਚਾਈ ਹੈ ਅਸੀਂ ਉਹ ਲੋਕਾਂ ਤੱਕ ਪਹੁੰਚਾਈਏ। ਅੱਜ ਇਹ ਨੌਜਵਾਨ ਅਗਰ ਮਜਬੂਰ ਹੋਏ ਨੇ ਇਹ ਤਖਤੀਆਂ ਹੱਥ 'ਚ ਲੈ ਕੇ ਦੁਨੀਆ ਦੇ ਸਾਹਮਣੇ ਜ਼ਾਹਿਰ ਕਰਨਾ, ਤਾਂ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਨਾ ਡਰੀਏ ਕਿ ਬਹੁਤ ਵੱਡੇ ਚੈਨਲਸ ਨੇ ਜੀ, ਅਸੀਂ ਕਿਉਂ ਇਹਨਾਂ ਦੀ ਗੱਲ ਕਰੀਏ। ਮੈਂ ਤਾਂ ਸਿੱਧਾ ਕਹਾਂਗਾ ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਹੋ। ਸਾਨੂੰ ਚੌਥਾ ਥੰਮ ਲੋਕਤੰਤਰ ਦਾ ਆਖਿਆ ਜਾਂਦਾ ਹੈ ਤੇ ਲਾਹਨਤ ਹੈ ਅਜਿਹੇ ਮਾਈਕ ਫੜ ਕੇ ਜਾਂ ਅਜਿਹੇ ਸਟੂਡੀਓ ਦੇ ਵਿੱਚ ਬੈਠ ਕੇ ਐਂਕਰਿੰਗ ਕਰਨ ਵਾਲਿਆਂ ਤੇ, ਸਕ੍ਰਿਪਟਸ ਲਿਖਣ ਵਾਲਿਆਂ ਤੇ, ਜੋ ਘਾਣ ਕਰਦੇ ਨੇ ਲੋਕਤੰਤਰ ਦਾ, ਜੋ ਘਾਣ ਕਰਦੇ ਨੇ ਸੱਚਾਈ ਦਾ, ਜੋ ਘਾਣ ਕਰਦੇ ਨੇ ਆਪਣੀ ਜ਼ਮੀਰ ਦਾ। ਤੇ ਕੱਲ੍ਹ ਨੂੰ ਤੁਹਾਡੀਆਂ ਹੀ ਆਉਣ ਵਾਲੀਆਂ ਨਸਲਾਂ ਇਸ ਦਾ ਖਾਮਿਆਜ਼ਾ ਭੁਗਤਣਗੀਆਂ। ਅੱਜ 4 ਟੁਕੜਿਆਂ ਵਾਸਤੇ ਤੁਸੀਂ ਆਪਣਾ ਜ਼ਮੀਰ ਵੇਚ ਚੁੱਕੇ ਹੋ, ਪਰ ਯਾਦ ਰੱਖਣਾ ਉਸ ਪਰਮਾਤਮਾ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਜਦੋਂ ਉਹਦੀ ਲਾਠੀ ਵਰੀ ਉਦੋਂ ਤੁਹਾਨੂੰ ਪਤਾ ਲੱਗਣਾ ਹੈ ਜ਼ਮੀਰਾਂ ਵੇਚੀਆਂ ਕਿਹੜੇ ਮੁੱਲ ਪਈਆਂ ਤੁਹਾਡੀਆਂ। ਇਹ ਜਿਹੜੇ ਨੈਸ਼ਨਲ ਜੀ ਇਹ ਜਿਹੜੇ ਨੈਸ਼ਨਲ ਮੀਡੀਆ ਏ, ਇਹ ਸਿਰਫ ਤੁਸੀਂ ਦੇਖ ਲਓ ਪੰਜਾਬ ਤੇ ਟੋਟਲ ਬਾਈਕਾਟ ਹੋ ਗਿਆ, ਪੰਜਾਬ ਹਰਿਆਣੇ 'ਚ ਇਹਦਾ ਬਾਈਕਾਟ ਹੋ ਗਿਆ। ਇਹ ਸਿਰਫ YouTube ਤੇ ਫੇਸਬੁੱਕ ਤੇ ਰਹਿ ਜਾਏਗਾ। TV ਚੈਨਲਾਂ ਤੇ ਇਹਨਾਂ ਨੂੰ ਕੋਈ ਨਹੀਂ ਦੇਖ ਰਿਹਾ ਤੇ ਨਾ ਹੀ ਕੋਈ ਦੇਖੇਗਾ। ਜਿੱਦਾਂ ਇਹ ਕਮਲ ਦਾ ਫੁੱਲ ਖਿਲਰ ਗਿਆ ਏ, ਇਸੇ ਤਰ੍ਹਾਂ ਇਹ ਮੀਡੀਆ ਵੀ, ਨੈਸ਼ਨਲ ਮੀਡੀਆ ਵੀ ਬਿਲਕੁਲ ਖਿਲਰ ਚੁੱਕਾ ਹੈ, ਖੇਰੂ ਹੋ ਚੁੱਕਾ ਹੈ। ਇਹਨਾਂ ਨੂੰ ਕੋਈ ਮੂੰਹ ਨਹੀਂ ਲਾਊਗਾ। ਬਿਲਕੁਲ ਜੀ, ਕੋਈ ਮੂੰਹ ਨਹੀਂ ਲਾਊਗਾ। ਤੇ ਤੁਸੀਂ ਇਹ ਤਖਤੀ ਜਿਹੜੀ ਫੜੀ ਹੈ ਇਹ ਐਕਸਪਲੇਨ ਕਰੋ ਕਿੱਦਾਂ ਫੜੀ ਹੈ ਤੇ ਕਿਉਂ ਆਹ ਸਲੋਗਨ ਪੂਰਾ ਕਿੱਦਾਂ ਦਿਮਾਗ ਦੇ ਵਿੱਚ ਆਇਆ ਵੀ? ਮੈਂ ਕਹਿਣਾ ਚਾਹੁੰਦਾ ਆ ਕਿ ਤੁਸੀਂ ਅੱਤਵਾਦੀ ਕਹਿ ਕਿੰਨਾਂ ਨੂੰ ਰਹੇ ਹੋ?
ਜਿਹੜੇ 3 ਮਹੀਨੇ ਤੋਂ ਸ਼ਾਂਤਮਈ ਅੰਦੋਲਨ ਕਰ ਰਹੇ ਆ। ਅੱਤਵਾਦੀ ਇਦਾਂ ਅੰਦੋਲਨ ਕਰਦੇ ਹੁੰਦੇ ਆ, ਇਦਾਂ ਆਪਣੇ ਹੱਕ ਮੰਗਦੇ ਹੁੰਦੇ ਆ। ਅਸੀਂ ਸ਼ਾਂਤਮਈ ਆਪਣਾ ਰੋਸ ਪ੍ਰਗਟਾਵਾ ਕਰ ਰਹੇ ਆ। ਪਹਿਲਾਂ 2-2.5 ਮਹੀਨੇ ਸਾਨੂੰ ਪੰਜਾਬ 'ਚ ਹੋ ਗਏ ਆ, 20 ਦਿਨ ਸਾਨੂੰ ਇੱਥੇ ਹੋ ਚੱਲੇ ਆ, ਤੇ ਤੁਸੀਂ ਅੱਤਵਾਦੀ ਕਹਿ ਰਹੇ ਹੋ। ਕਹਿ ਜ਼ਿਆਦਾ ਕੋਈ ਨਹੀਂ ਰਹੇ, ਥੋੜਾ ਮੀਡੀਆ ਕਹਿ ਰਿਹਾ, ਨੈਸ਼ਨਲ ਮੀਡੀਆ ਜਾਂ ਕੁਝ RSS ਦੇ ਚਮਚੇ ਆ, ਉਹ ਕਹਿ ਰਹੇ ਆ ਕਿ ਇਹ ਅੱਤਵਾਦੀ ਆ। ਤੇ ਫਿਰ ਇਹਦਾ ਸਾਨੂੰ ਦਿਮਾਗ ਦੇ ਵਿੱਚ ਇਸ ਤਰ੍ਹਾਂ ਆਇਆ ਸੀ, ਕਿਉਂਕਿ ਅਸੀਂ ਖਬਰਾਂ ਦੇਖੀਆਂ ਸੀ ਨੈਸ਼ਨਲ ਮੀਡੀਆ ਤੋਂ। ਕੋਈ ਕਹਿ ਰਿਹਾ ਸੀ ਖਾਲਿਸਤਾਨੀ ਆ, ਕੋਈ ਕਹਿ ਰਿਹਾ ਅੱਤਵਾਦੀ ਕੋਈ ਪ੍ਰਦਰਸ਼ਨ ਕਰ ਰਹੇ ਆ, ਤੇ ਤਾਂ ਕਰਕੇ ਫਿਰ ਅਸੀਂ ਇਹਦਾ ਲੋਗਨ ਬਣਾ ਕੇ ਤੇ ਕਹੋ ਨਾ ਵੀ ਉਦੋਂ ਕਿਹਾ ਕਰੋ ਅੱਤਵਾਦੀ ਜਦੋਂ ਚਾਈਨਾ ਦੇ ਨਾਲ ਕੋਈ ਸਾਡੀ ਦੁਵਿਧਾ ਹੋਣੀ ਸ਼ੁਰੂ ਹੁੰਦੀ ਹੈ ਜਾਂ ਪਾਕਿਸਤਾਨ ਨਾਲ ਦੁਵਿਧਾ ਹੁੰਦੀ ਹੈ ਤਾਂ ਸਿੱਖ ਰੈਜੀਮੈਂਟ ਨੂੰ ਪਹਿਲਾਂ ਫੋਨ ਮਾਰਿਆ ਜਾਂਦਾ ਕਿ ਸਿੱਖ ਖੜਾ ਦਿਓ ਉੱਥੇ, ਤੇ ਉਸ ਤੋਂ ਬਾਅਦ ਹੀ ਇਹ ਕਾਬੂ ਹੋਣੇ ਨੇ, ਕਿਉਂਕਿ ਪਤਾ ਹੈ ਕਿ ਚਾਈਨਾ ਨੇ ਉੱਥੇ ਹੀ ਰੁਕ ਜਾਣਾ ਹੈ ਸਿੱਖਾਂ ਨੂੰ ਦੇਖਦਿਆਂ ਹੀ। ਚਾਈਨਾ ਦੇ ਬਾਰਡਰ ਦੇ ਉੱਤੇ ਅਗਰ ਅਸੀਂ ਇੰਡੀਆ ਦੀ ਸਰਹੱਦ ਕ੍ਰਾਸ ਕਰਕੇ ਜਾਂਦੇ ਹਾਂ ਤਾਂ ਉੱਥੇ ਕੇਸਰੀ ਝੰਡੇ ਝੂਲਦੇ ਹੋਏ ਸਾਨੂੰ ਨਜ਼ਰ ਆਉਣਗੇ। ਤੇ ਚਾਈਨਾ ਨੇ ਇਹ ਗੱਲ ਕਹੀ ਵੀ ਹੈ ਵੀ ਇਹ ਲੈਂਡ ਜਿਹੜਾ ਆ ਇਹ ਸਿੱਖਾਂ ਦਾ ਹੈ, ਉਹ ਆ ਕੇ ਕਲੇਮ ਕਰਨ, ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ, ਪਰ ਇੰਡੀਆ ਨੂੰ ਨਹੀਂ ਦੇਵਾਂਗੇ। ਪਰ ਨੋਹਾਂ ਨਾਲੋਂ ਮਾਸ ਕਦੀ ਅਲੱਗ ਨਹੀਂ ਹੁੰਦਾ। ਅਸੀਂ ਕਦੀ ਵੀ ਇਸ ਪੱਖ ਦੇ ਵਿੱਚ ਨਹੀਂ ਆ ਕਿ ਜੋ 47 ਦੇ ਵਿੱਚ ਸੰਤਾਪ ਪੂਰੇ ਭਾਰਤ ਨੇ ਭੋਗਿਆ, ਖਾਸ ਕਰਕੇ ਪੰਜਾਬ ਨੇ ਭੋਗਿਆ, ਉਹ ਅਸੀਂ ਮੁੜ ਸਹੀਏ ਜਾਂ ਭੋਗੀਏ। ਪਰ ਇਹ ਗੰਦੀਆਂ ਸਰਕਾਰਾਂ, ਇਹਨਾਂ ਦੀਆਂ ਗੰਦੀਆਂ ਰਾਜਨੀਤੀ ਦੀਆਂ ਗੰਦੀਆਂ ਰਣਨੀਤੀਆਂ ਸਾਨੂੰ ਮਜਬੂਰ ਕਰਦੀਆਂ ਨੇ ਕਿ ਅਸੀਂ ਆਪਣੇ ਹੱਕ ਮੰਗੀਏ। ਤਾਂ ਹੀ ਅੱਜ ਇਹ ਨੌਜਵਾਨ ਲੈ ਖੜੇ ਆ ਇਹ ਤਖਤੀਆਂ ਕਿ ਆਪਣੇ ਹੱਕ ਮੰਗਣਾ ਅਗਰ ਅੱਤਵਾਦ ਆ ਤਾਂ ਅਸੀਂ ਅੱਤਵਾਦੀ ਹਾਂ। ਫਿਰ ਤਾਂ ਮੈਂ ਜਰਨਲਿਸਟ ਬਾਅਦ 'ਚ ਹਾਂ, ਪਹਿਲਾਂ ਮੈਂ ਵੀ ਅੱਤਵਾਦੀ ਹਾਂ, ਕਿਉਂਕਿ ਮੈਂ ਵੀ ਅੱਜ ਇਸ ਧਰਤੀ ਉੱਤੇ ਅਗਰ ਖੜਿਆ ਆ, ਇਸ ਇਤਿਹਾਸਿਕ ਥਾਂ ਤੇ ਅਗਰ ਖੜਿਆ ਆ ਤਾਂ ਉਹ ਹੱਕ ਸੱਚ ਦੀ ਆਵਾਜ਼ ਵਾਸਤੇ ਖੜਿਆ ਆ। ਤੇ ਲਾਹਨਤ ਹੈ ਉਹਨਾਂ ਪੱਤਰਕਾਰਾਂ ਉੱਤੇ, ਉਹਨਾਂ ਮੀਡੀਆ ਅਦਾਰਿਆਂ ਉੱਤੇ ਜਿਹੜੇ ਆਪਣੇ ਆਪ ਨੂੰ ਵੱਡਾ ਆਖਦੇ ਨੇ, ਹੱਕ ਸੱਚ ਦੀ ਗੱਲ ਕਹਿੰਦੇ ਨੇ ਸਿਰਫ, ਪਰ ਵਿਕੀਆਂ ਹੋਈਆਂ ਜ਼ਮੀਰਾਂ ਦੇ ਨਾਲ ਚਾਰ ਟੁਕੜੇ ਵੇਖ ਕੇ ਆਪਣਾ ਜ਼ਮੀਰ ਵੀ ਵੇਚ ਦਿੰਦੇ ਨੇ, ਆਪਣਾ ਸੰਵਿਧਾਨ ਵੀ ਵੇਚ ਦਿੰਦੇ ਨੇ, ਆਪਣਾ ਲੋਕਤੰਤਰ ਵੀ ਵੇਚ ਦਿੰਦੇ ਨੇ, ਤੇ ਆਪਣੀਆਂ ਨਵੀਆਂ ਪੀੜ੍ਹੀਆਂ, ਨਵੀਆਂ ਪਨੀਰੀਆਂ ਦਾ ਆਪਣੇ ਹੱਥੀਂ ਘਾਣ ਕਰਦੇ ਨੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਮੋਰਚੇ ਦੀਆਂ ਹੋਰ ਵੀ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਇਹ ਆਵਾਜ਼ਾਂ ਜ਼ਰੂਰ ਮੋਦੀ ਕੈਬਨਿਟ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਤੇ ਪਹੁੰਚਣਗੀਆਂ। ਗੂੰਜ ਉੱਥੇ ਤੱਕ ਪਹੁੰਚ ਚੁੱਕੀ ਹੈ, ਕਿਉਂਕਿ ਦਿੱਲੀ ਦੀ ਹਿੱਕ ਤੇ ਸਿੱਖ ਕੌਮ ਨੇ ਇੱਕ ਵਾਰ ਫਿਰ ਤੋਂ ਨੇਜਾ ਗਾੜ ਦਿੱਤਾ ਆ। 18 ਵਾਰ ਜਿੱਤੀ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਸਾਨੂੰ ਕਹਿੰਦੇ ਹੁਣ ਡਰ ਨਹੀਂ ਲੱਗਦਾ ਕਿ 19 ਵਾਰ ਅਸੀਂ ਜਿੱਤ ਚੁੱਕੇ ਹਾਂ। ਹੁਣ ਤੁਸੀਂ ਇਹ ਕਦੋਂ ਬਿੱਲ ਰੱਦ ਕਰਦੇ ਹੋ, ਕਦੋਂ ਤੁਸੀਂ ਸਵਾਮੀਨਾਥਨ ਦੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ ਹੋ, ਉਹ ਤੁਹਾਡੇ ਉੱਤੇ ਹੈ। ਕਿਉਂਕਿ ਇਹ ਕਿਸਾਨ ਤਾਂ 6-6 ਮਹੀਨੇ ਦਾ ਸੋਚ ਕੇ ਆਏ ਨੇ। ਤੇ ਮੈਨੂੰ ਹੁਣੇ ਇੱਕ ਵੀਰ ਕਹਿ ਰਿਹਾ ਸੀ ਕਿ ਪੰਜਾਬੀ ਤਾਂ ਘਰੋਂ ਜਦੋਂ ਨਿਕਲਦਾ ਮੈਂ 5 ਮਿੰਟ 'ਚ ਆਇਆ ਤਾਂ ਉਹ 2-4 ਘੰਟੇ ਵਾਸਤੇ ਕਿੱਥੇ ਗਿਆ ਆ ਕੁਝ ਪਤਾ ਨਹੀਂ ਹੁੰਦਾ। ਇਹ ਤਾਂ 6 ਮਹੀਨੇ ਕਹਿ ਕੇ ਆਏ ਨੇ। ਤਾਂ ਤੁਸੀਂ ਸੋਚ ਸਕਦੇ ਹੋ ਇਹ ਸੱਜੇ ਕਿਤੇ ਹਿੱਲਣ ਵਾਲੇ ਨਹੀਂ ਆ। ਮੈਂ ਬਾਪੂ ਨੂੰ ਇੱਕ ਨੂੰ ਦੇਖ ਰਿਹਾ ਸੀਗਾ, ਉਹ ਸੜਕ ਦੇ ਉੱਤੇ ਲਾਈਨਾਂ ਖਿੱਚਦੇ ਪਏ ਸੀ। ਉਹਨਾਂ ਨੂੰ ਪੁੱਛਿਆ ਕਿਉਂ ਲਾਈਨਾਂ ਖਿੱਚਦੇ ਹੋ, ਕਹਿੰਦੇ ਆਹ ਬੈਡਰੂਮ ਹੋਊਗਾ, ਆਹ ਲੌਬੀ ਹੋਊਗੀ, ਉਹ ਬਾਥਰੂਮ ਹੋਊਗਾ। ਅਸੀਂ ਤੇ ਆਪਣੇ ਇਮਾਰਤਾਂ ਖੜੀਆਂ ਕਰਨ ਦੀ ਸੋਚ ਰਿਹਾ। ਮੋਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ। ਇਹ ਉਹ ਕੌਮ ਹੈ ਜਿਨੇ ਕਦੀ ਕਿਸੇ ਸਾਹਮਣੇ ਗੋਡੇ ਨਹੀਂ ਲਾਏ। ਬਾਬਰ ਨੂੰ ਗੁਰਾਂ ਨੇ ਜਾਬਰ ਕਿਹਾ ਸੀ, ਐਵੇਂ ਹੀ ਨਹੀਂ ਸੀ ਕਿਹਾ। ਉਸੇ ਕੌਮ ਦੇ ਵਾਰਸ ਖੜੇ ਆ। ਤੇ ਇਹ ਜ਼ਮੀਨਾਂ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ, ਤਾਂ ਮੋਦੀ ਦੀ ਕਿਉਂ ਔਕਾਤ ਹੈ ਕਿ ਉਹ ਸਾਡੀਆਂ ਜ਼ਮੀਨਾਂ ਤੇ ਚੜ੍ਹਾਈ ਕਰ ਜਾਏਗਾ। ਅਸੀਂ ਤਾਂ ਬੱਟ ਪਿੱਛੇ ਨਹੀਂ ਕਿਸੇ ਨੂੰ ਛੱਡਦੇ ਯਾਰ, ਤੂੰ ਜ਼ਮੀਨਾਂ ਦੀ ਗੱਲ ਕਰਦਾ ਹੈ। ਚਲੋ ਹੋਰ ਗੱਲਾਂ ਕਰਾਂਗੇ ਮੋਰਚੇ ਤੇ ਪਹੁੰਚੇ ਹੋਏ ਨੌਜਵਾਨਾਂ ਦੇ ਨਾਲ। ਤੁਹਾਡੇ ਵਿੱਚੋਂ ਕਿਸੇ ਨੇ ਕੋਈ ਗੱਲ ਕਰਨੀ ਹੈ ਹੋਰ? ਹਾਂਜੀ ਦੱਸੋ ਵੀਰ ਜੀ। ਬੇਨਤੀ ਆ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਤੁਹਾਡੇ ਮੀਡੀਆ ਦੇ ਥਰੂ ਆਵਾਜ਼ ਪਹੁੰਚਾਉਣੀ ਚਾਹੁੰਦਾ ਹੈ ਮੋਦੀ ਸਰਕਾਰ ਤੱਕ ਕਿ ਅਗਰ ਦੇਖ ਲਵੇ ਪੰਜਾਬ ਦੇ ਵਿੱਚ ਖੇਤੀ ਰਿਲੇਟਡ ਕੇਸਾਂ ਨੂੰ, ਤੇ ਉਹਦੇ ਵਿੱਚੋਂ ਘੱਟੋ ਘੱਟ ਵੀ 90-92% ਕੇਸ ਭਰਾਵਾਂ ਦੇ ਤੇ ਪਿਓ ਪੁੱਤਾਂ ਦੇ ਹੁੰਦੇ ਨੇ, ਜਿੱਥੇ ਪੰਜਾਬ ਦੇ ਆਪਣੇ ਜੀਂਦੇ ਜੀ ਆਪਣੇ ਬੱਚਿਆਂ ਨੂੰ ਜ਼ਮੀਨ ਨਹੀਂ ਦਿੰਦੇ। ਤੇ ਮੋਦੀ ਇੱਕ ਗਲਤ ਵਹਿਮੀ 'ਚ ਆ ਗਿਆ ਕਿ ਉਹ ਉੱਥੋਂ ਜ਼ਮੀਨ ਲੈ ਜਾਏਗਾ। ਉਹ ਬੜੀ ਵੱਡੀ ਉਹਦੀ ਇੱਕ ਭੁੱਲ ਹੈ, ਕਿਉਂਕਿ ਅਸੀਂ ਵਸੀਅਤ ਵੀ ਕਰਦੇ ਹਾਂ। ਮੈਂ ਵੀ ਕੱਲ ਨੂੰ ਕਰਾਂਗਾ ਤੇ ਇਹ ਕਰਾਂਗਾ ਕਿ ਜਦੋਂ ਮੈਂ ਚਲਿਆ ਜਾਂਗਾ ਉਹਦੇ ਬਾਅਦ ਵਾਰਸ ਜਿਹੜੇ ਆ ਉਹ ਮੇਰੇ ਬੱਚੇ ਹੋਣਗੇ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਜ਼ਮੀਨ ਆਪਣੇ ਜੀਂਦੇ ਜੀ ਨਹੀਂ ਦਿੰਦੇ ਤਾਂ ਦੂਸਰੇ ਨੂੰ ਦੇਣ ਦਾ ਤਾਂ ਮਤਲਬ ਹੀ ਨਹੀਂ ਉੱਠਦਾ। ਇਹ ਗੱਲ ਬਿਲਕੁਲ ਸੋਚਣ ਵਾਲੀ ਸੀ। ਦੂਸਰੀ ਗੱਲ, ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਅਸੀਂ ਇੱਥੇ ਆ ਕੇ ਤੇ ਝੰਡਾ ਗੱਡ ਕੇ ਗਏ ਆ। ਥੋੜ੍ਹੇ ਦਿਨ ਪਹਿਲਾਂ ਮੋਦੀ ਉਦਘਾਟਨ ਕਰਕੇ ਗਿਆ ਹੈ ਨਵੀਂ ਪਾਰਲੀਮੈਂਟ ਦਾ, ਤੇ ਥੋੜ੍ਹੇ ਦਿਨਾਂ ਨੂੰ ਤੁਸੀਂ ਦੇਖਣਾ ਹੈ ਕਿ ਉਹਦਾ ਨਾਂ ਵੀ ਸ਼ਾਇਦ ਕਿਸੇ ਨਾ ਕਿਸੇ ਕਿਸਾਨ ਦੇ ਅੰਦੋਲਨ ਦੇ ਵਿੱਚੋਂ ਨਿਕਲ ਕੇ ਕਿਸੇ ਸੰਸਥਾ ਦਾ ਜਾਂ ਸਿੱਖਾਂ ਦੀ ਉਹਦਾ ਆ ਜਾਏਗਾ। ਨਾਂ ਵੀ ਉਹਦੇ ਉੱਤੇ ਕਰਨਾ ਪੈਣਾ ਉਹਨਾਂ ਨੂੰ, ਤਾਂ ਜਾ ਕੇ ਕਿਤੇ ਪੰਜਾਬ ਨੇ ਸ਼ਾਂਤ ਹੋਣਾ। ਜੋ ਹਾਲਾਤ ਬਣ ਚੁੱਕੇ ਨੇ, 6 ਮਹੀਨੇ ਨਹੀਂ ਪੱਕੇ ਡੇਰੇ ਲਾਵਾਂਗੇ ਜਿੰਨਾ ਚਿਰ ਜੜ੍ਹਾਂ ਨਹੀਂ ਪੱਟ। 6 ਮਹੀਨੇ ਨਹੀਂ ਪੱਕੇ ਡੇਰੇ ਲਾਵਾਂਗੇ ਜਦੋਂ ਤੱਕ ਜੜੋਂ ਨਹੀਂ ਪੱਟਦੇ ਮੋਦੀ ਸਰਕਾਰ ਨੂੰ, ਕਿਉਂਕਿ ਕਹਿੰਦੇ ਕਿ ਤਾਨਾਸ਼ਾਹੀ ਰਵੱਈਆ ਤਾਂ ਕਿਸੇ ਦਾ ਵੀ ਬਰਦਾਸ਼ਤ ਨਹੀਂ। ਤੇ ਜਿਸ ਵੀ ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਉਹ
ਤਖਤ ਨਿਸ ਤੋਂ ਨਾਬੂਦ ਕੀਤੇ ਇਸੇ ਆਵਾਮ ਨੇ, ਕਿਉਂਕਿ ਇਹੀ ਆਵਾਮ ਹੈ ਜਿਹੜੇ ਤੁਹਾਨੂੰ ਰੰਗ ਤੋਂ ਰਾਜਾ ਬਣਾਉਂਦੇ ਨੇ, ਤਖਤਾਂ ਤੇ ਬਿਠਾਉਂਦੇ ਨੇ, ਤੇ ਇਹੀ ਆਵਾਮ ਹੈ ਜਿਹੜੇ ਲਾ ਕੇ ਤੁਹਾਨੂੰ ਪੁੰਜੇ ਮਾਰ ਸੁੱਟਦੇ ਨੇ। ਹਾਂ ਬਾਪੂ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਬਾਬਾ ਮਹਿੰਦਰ ਸਿੰਘ ਜੀ ਵਾਂਪੀ ਪੰਜਾਬ ਤੋਂ ਆਏ ਹਾਂ। ਤਰਨਤਾਰਨ ਸਾਡਾ ਜ਼ਿਲ੍ਹਾ ਜੀ। ਅਸੀਂ ਆਜ਼ਾਦ ਸੰਤ ਕਮੇਟੀ ਦੇ ਸੂਬਾ ਸਰਪ੍ਰਸਤ ਸਿੰਘ ਹੈ। ਹਾਂਜੀ, ਮੈਂ ਆ ਜਿਹੜੀ ਨਾਰੀ ਪ੍ਰਦਰਸ਼ਨੀ ਆ ਬਣੀ ਪਈ ਆ, ਇਹ ਵੇਖੋ ਆ ਜਿਹੜੀ ਧਰਤੀ ਸੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਕਿਵੇਂ ਰਾਜ ਸੀ ਇਸ ਧਰਤੀ ਦੇ ਉੱਤੇ। ਬਿਲਕੁਲ ਹੈ ਜਾਂ ਨਹੀਂ? ਬਿਲਕੁਲ। ਇਹ ਧਰਤੀ ਮਹਾਰਾਜਾ ਰਣਜੀਤ ਸਿੰਘ ਰਾਜ ਕੀਤਾ। ਕਿਸੇ ਵੀ ਧਰਮ ਨੇ ਨਹੀਂ ਉਹਨਾਂ ਨੇ ਰਾਜ ਦੇ ਕਿਤੇ ਵੀ ਕਿਤੇ ਕਿਹੋ ਜਿਹਾ ਵਾਕਿਆ ਵੀ ਸਾਡੇ ਜਿੱਦਣ ਉਹਨਾਂ ਨੇ ਮੌਤ ਹੋਈ ਸਾਰੇ ਧਰਮਾਂ ਲੋਕ ਦੀ ਮੌਤ ਰੋਏ ਸੀਗੇ ਮਹਾਰਾਜਾ ਰਣਜੀਤ ਸਿੰਘ ਰਾਜ ਦੇ ਵਿੱਚ। ਹਾਂਜੀ, ਮਹਾਰਾਜਾ ਰਣਜੀਤ ਸਿੰਘ ਇਹੋ ਜਿਹਾ ਸੀਗਾ, ਇੱਕ ਵਾਰੀ ਜਾ ਰਿਹਾ ਆਪਣੀ ਛਾਣਾ ਦੇ ਨਾਲ, ਛਾਣਾ ਨਾਲ ਜਾ ਰਹੇ ਸੀਗੇ, ਉਹਨਾਂ ਦੇ ਮੋਢੇ ਦੇ ਪੱਥਰ ਵੱਜਾ ਆ ਕੇ। ਪੱਥਰ ਵੱਜਾ ਜਦੋਂ ਉਹਨਾਂ ਨੇ ਮੁੜ ਕੇ ਆਪਣੀ ਛਾਣਾ ਨੂੰ ਆਖਿਆ ਸਿਪਾਹੀਆਂ ਨੂੰ ਵੀ ਵੇਖੋ ਕਿਤੇ ਪੱਥਰ ਕਿਹਨੇ ਮਾਰਿਆ। ਜਦੋਂ ਉਹਨਾਂ ਵੇਖਿਆ ਵੀ ਛੋਟੇ ਛੋਟੇ ਬੱਚੇ ਜਿਹੜੇ ਸੀਗੇ ਉਹ ਮੇਰੀ ਨਾਲ ਵੇੜ ਝਾੜੇ ਕਿਤੇ, ਉਹਨਾਂ ਫੜ ਕੇ ਉਹਨਾਂ ਲੈ ਜਾਂਦਾ, ਉਹਨਾਂ ਲਿਆਂਦਾ ਤੋਂ ਪੱਥਰ ਮਾਰਿਆ। ਜਿਹੜਾ ਇੱਕ ਬੱਚਾ ਸੀ ਵਿੱਚੋਂ ਜਿਹਨੇ ਮਾਰਿਆ ਸੀਗਾ, ਜਿਹਨੇ ਨਹੀਂ ਮਾਰਿਆ ਉਹ ਆਂਦੇ ਵੀ ਅਸੀਂ ਨਹੀਂ ਮਾਰਿਆ ਇਹਨੇ ਮਾਰਿਆ। ਉਹ ਮਹਾਰਾਜ ਜੀ ਉਹਨੂੰ ਫੜ ਕੇ ਮਹਾਰਾਜ ਜੀ ਸਿੰਘ ਨੂੰ ਕੋਲ ਆਏ। ਮਹਾਰਾਜ ਜੀ ਸਿੰਘ ਆਂਦੇ ਬੇਟਾ ਤੂੰ ਸਾਡੇ ਪੱਥਰ ਮਾਰਿਆ? ਕਹਿੰਦਾ ਜੀ ਮੈਂ ਤੁਹਾਡੇ ਨਹੀਂ ਮਾਰਿਆ, ਤੇ ਮੈਂ ਤਾਂ ਬੇੜੀ ਦੇ ਮਾਰਿਆ ਸੀਗਾ। ਮਹਾਰਾਜ ਜੀ ਸਿੰਘ ਕਰੇ ਫਿਰ ਤੂੰ ਫਿਰ ਬੇੜੀ ਦੇ ਕਿਉਂ ਮਾਰਿਆ? ਤੇਰਾ ਬੇੜੀ ਨੇ ਕੀ ਵਿਗਾੜਿਆ ਸੀਗਾ? ਆਂਦਾ ਜੀ ਬੇੜੀ ਨੇ ਮੇਰਾ ਵਿਗਾੜਿਆ ਕੁਛ ਨਹੀਂ ਗਾ, ਪਰ ਮੈਂ ਬੇੜ ਤੋੜਦਿਆਂ ਸੰਗ ਬੇੜ ਝਾੜ ਰਿਹਾ ਸੰਗਾ। ਮਹਾਰਾਜ ਰਣਜੀਤ ਸਿੰਘ ਨੇ ਆਪਣੇ ਵਜ਼ੀਰ ਨੂੰ ਆਵਾਜ਼ ਮਾਰੀ, ਉਹਨੇ ਕਿਹਾ 2 ਪਿੰਡ ਇਹਦੇ ਨਾਂ ਦੇ ਤੇ ਕਰਦੇ। ਉਹ ਛਾਣਾ ਕਹਿੰਦੇ ਕੀ ਗੱਲ ਮਹਾਰਾਜ, ਨਾਲੇ ਤੁਹਾਡੇ ਪੱਥਰ ਮਾਰਿਆ ਨਾਲੇ ਤੁਸੀਂ 2 ਪਿੰਡ ਦੇਣ ਡਏ। ਉਹ ਇਹ ਕਹਿੰਦਾ ਵੇਖੋ ਜੇ ਬੇੜੀ ਪੱਥਰ ਖਾ ਕੇ ਵੇੜ ਦਿੰਦੀ ਇਹਨਾਂ ਨੂੰ, ਮੇਰਾ ਫਰਜ਼ ਬਣਦਾ ਮੈਂ ਪੱਥਰ ਵੱਜਾ ਮੈਂ ਇਹਨਾਂ ਨੂੰ ਕੁਛ ਦੇਵਾਂ। ਸਾਡੇ ਹੱਕ ਮੇ ਅੱਜ ਕਿੰਨੇ ਇਹਨਾਂ ਛਿੱਤਰ ਵੱਜਣ ਡਏ ਨੇ, ਕੀ ਹੁੰਦਾ ਨੇ, ਪੁੱਠੇ ਟੰਗੇ ਪਏ ਨੇ, ਬਾਂਦਰ ਬਣਾਏ ਪਏ ਨੇ, ਕੁੱਤੇ ਬਣਾਏ ਪਏ ਨੇ, ਜਿਹੜੇ ਆਂਦੇ ਦੇਸ਼ ਭਗਤ ਆ। ਦੇਸ਼ ਭਗਤ ਕਿੱਦਾਂ ਹੋਏ? ਇੱਕ ਪਾਉਂਦੇ ਸਾਨੂੰ ਜੇ ਦੇਸ਼ ਭਗਤ ਆਹ ਲੋਕ ਜਿਹੜੇ ਜਿਹਨਾਂ ਦੇਸ਼ ਦੀ ਕੁਰਬਾਨੀਆਂ ਕਰਨ ਵਾਲੇ ਦੇਸ਼ ਨੂੰ 20 ਵਾਰ ਦਿੱਤੀ ਦਿੱਲੀ ਦਾ ਦਿੱਤਣਾ 19 ਜਿਹੜਾ ਦਿੱਲੀ ਜਿੱਤ ਕੇ ਨਾ ਦਿੱਤੀ ਆ 20 ਵਾਰ ਹੁਣ ਆਣ ਕੇ ਬੈਠੇ ਆ। ਸਾਨੂੰ ਮੰਨਦੇ ਆ ਅੱਤਵਾਦੀ ਆ, ਅਸੀਂ ਅੱਤਵਾਦੀ ਨਹੀਂ ਗੇ। ਇਹਨਾਂ ਦੇ ਜਿਹੜੇ ਦਿੱਲੀ ਹੁਕੂਮਤ ਆ ਇਹ ਦੇਸ਼ ਨੂੰ ਵੇਚਣ ਡਈ ਆ। 543 ਜਿਹੜੇ ਇੱਥੇ ਆ ਕੇ ਕਾਹਦੇ ਵਾਸਤੇ ਪਾਏ ਨਹੀਂ ਵੋਟਾਂ ਚੁਣ ਕੇ ਦੇਸ਼ ਨੂੰ ਆਪੋ ਆਪਣੇ ਮਹਿਕਮੇ ਨਹੀਂ ਸਮਝ ਸਕਦੇ। ਇਹਨਾਂ ਨੇ ਆਪੋ ਆਪਣੇ ਮਹਿਕਮੇ ਸਾਹਮਣੇ ਖਾਤਰ ਸਾਰਾ ਦੇਸ਼ ਇਹਨਾਂ ਬਕਾਊ ਲਾਤਾ। ਇੱਕ ਖੇਤੀ ਮਹਿਕਮਾ ਰਹਿ ਗਿਆ ਉਹਨੂੰ ਵੀ ਬਕਾਊ ਲਾਉਣ ਡਏ ਨੇ। ਸਾਨੂੰ ਮੰਨਦੇ ਅੱਤਵਾਦੀ ਹੈ, ਅਸੀਂ ਦੇਸ਼ ਨੂੰ ਬਚਾਉਣ ਵਾਲੇ ਆ, ਅਸੀਂ ਦੇਸ਼ ਵਾਸੀਆਂ ਭਾਰਤ ਦੇ ਵਾਸੀਆਂ। ਅੱਤਵਾਦੀ ਹੈ ਜਿਹੜੇ ਵਿੱਚ ਵੇਚਣ ਡਏ ਨੇ, ਇਹਨਾਂ ਨਾਲ ਕੋਈ ਕੰਮ ਨਹੀਂ ਇੱਥੇ ਬਹਿਣ ਦਾ। ਅਸੀਂ ਸਰਕਾਰ ਕਿਸਾਨਾਂ ਸਰਕਾਰ ਬਣਾਵਾਂਗੇ 2024 ਦੇ ਵਿੱਚ। ਇਹ ਤਾਂ ਕਿਸਾਨ ਲਾਲ ਕਿਲੇ ਦੇ ਕਿਸਾਨ ਦੇ ਝੰਡਾ ਚੁੱਲੂਗਾ ਸਾਡਾ ਜੀ। ਵਾਹਿਗੁਰੂ ਮਿਹਰ ਕਰੇ। ਸਤਿ ਸ੍ਰੀ ਅਕਾਲ। ਤੇ ਅਸੀਂ ਵੀ मुर्दाबाद मोदी सरकार, मुर्दाबाद मोदी सरकार, मुर्दाबाद मोदी सरकार, मुर्दाबाद। ਤੇ ਹਰ ਕਿਸੇ ਦੀ ਚੱਕ ਦੇਾਂਗੇ, ਰੱਖ ਦੇਾਂਗੇ। ਤੇ ਹਰ ਕਿਸੇ ਦੇ ਦਿਲੋਂ ਇਹੀ ਤਮੰਨਾ ਹੈ, ਇਹੀ ਦੁਆ ਹੈ ਕਿ ਹੁਣ ਇਸ ਮੋਰਚੇ ਦੇ ਵਿੱਚੋਂ ਕਿਸਾਨ ਵੀਰ ਜਿਹੜੇ ਹੈਗੇ ਨੇ, ਕਿਸਾਨ ਜਥੇਬੰਦੀਆਂ ਹੈਗੇ ਨੇ, ਉਹ ਆਪਣੀ ਇੱਕ ਪਾਰਟੀ ਨੂੰ ਇੱਕ ਹੋਂਦ ਦੇ ਵਿੱਚ ਲੈ ਕੇ ਆਣ। ਤੇ ਇਹਨਾਂ ਰਵਾਇਤੀ ਪਾਰਟੀਆਂ ਨੇ, ਚਾਹੇ ਅਕਾਲੀ ਭਾਜਪਾ ਹੈ, ਕਾਂਗਰਸ ਹੈ ਜਾਂ ਝਾੜੂ ਵਾਲੇ ਨੇ, ਇਹਨਾਂ ਨੂੰ ਦਰਕਿਨਾਰ ਕਰਕੇ, ਕਿਉਂਕਿ ਇਹ ਕਿਤੇ ਨਾ ਕਿਤੇ ਰਿਲੇਟਡ ਨੇ ਆਪਸ ਦੇ ਵਿੱਚ। A ਟੀਮ, B ਟੀਮ, C ਟੀਮ, ਕੱਲ ਨੂੰ ਕੋਈ ਹੋਰ ਨਵੀਂ ਖੜੀ ਹੋ ਜੂਗੀ ਤੁਹਾਨੂੰ ਧੋਖਾ ਦੇਣ ਵਾਸਤੇ D ਟੀਮ। ਪਰ ਬਾਪੂ ਉਮਰ ਕਿੰਨੀ ਹੈ? ਉਮਰ ਕਿੰਨੀ ਹੈ? ਸਾਡੀ ਉਮਰ 67 ਸਾਲ। 67 ਸਾਲ ਦੀ ਉਮਰ ਹੈ। ਤੇ 67 ਸਾਲ ਦੀ ਉਮਰ ਦੇ ਵਿੱਚ ਬਾਪੂ ਦਾ ਜੋਸ਼ ਦੇਖ ਕੇ ਮੋਦੀ ਸਰਕਾਰ ਨੂੰ ਹੋਸ਼ ਆ ਜਾਣਾ ਚਾਹੀਦਾ ਹੈ ਕਿ ਜੇ ਬਾਪੂ ਆਪਣੇ ਪੈਰਾਂ ਤੇ ਖੜੇ ਹੋ ਕੇ ਇੰਨੇ ਜੋਸ਼ ਦੇ ਨਾਲ ਸਿੱਧਾ ਕਹਿ ਸਕਦਾ ਨਾ ਕਿ ਅਸੀਂ ਵੱਖਵਾਦੀ ਹੋ ਸਕਦੇ ਹਾਂ, ਅੱਤਵਾਦੀ ਨਹੀਂ ਆ, ਪਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇਸ ਤੇ ਨਜ਼ਰ ਮਾੜੀ ਨਾ ਪਾਓ, ਨਹੀਂ ਤਾਂ ਅਸੀਂ ਬਖਸ਼ਣਾ ਨਹੀਂ। ਤੇ ਇਹ ਹੁਣ ਪੰਜਾਬ ਦਾ ਜਨ ਕਹਿ ਰਿਹਾ ਹੈ, ਉਹ ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਸਾਰੇ ਇੱਕਜੁੱਟ ਇੱਕਮੁੱਠ ਹੋ ਗਏ ਨੇ। ਤੇ ਅਸੀਂ ਬਖਸ਼ਣਾ ਨਹੀਂ ਜਿਹਨੇ ਵੀ ਪੰਜਾਬ ਵੱਲ ਜਾਂ ਪੰਜਾਬੀ ਬੋਲਦੇ ਇਲਾਕਿਆਂ ਵੱਲ ਮਾੜੀ ਨਜ਼ਰ ਪਾਈ, ਕਿਉਂਕਿ ਅਸੀਂ ਮੁੜ ਇਸ ਨੂੰ ਮਹਾ ਪੰਜਾਬ ਵਾਲੀ ਦਿਸ਼ਾ ਵੱਲ ਲੈ ਕੇ ਜਾ ਰਹੇ ਹਾਂ ਤੇ ਲੈ ਕੇ ਜਾਵਾਂਗੇ। ਤੇ ਕਿਸਾਨ ਜਥੇਬੰਦੀਆਂ ਵੱਲ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਮੋਦੀ ਸਰਕਾਰ ਦੀ ਧੌਣ ਉੱਤੇ ਗੋਡਾ ਧਰੀ ਬੈਠੀਆਂ ਨੇ। ਮੰਗਾਂ ਕਿਹੜੀਆਂ ਹੋਰ ਮੰਗਵਾਉਂਦੀਆਂ ਨੇ, ਮਨਵਾਉਂਦੀਆਂ ਨੇ। ਇਸੇ ਦੇ ਨਾਲ ਇਜਾਜ਼ਤ ਦਿਓ, ਹੋਰ ਵੀ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਫਟਾਫਟ शॉर्टली, बहुत टाइम हो गया। मतलब हमारी मांगे जो हैं बहुत बड़ी नहीं है मोदी सरकार से जी। सिर्फ बेसिक मांगे हैं कि भैया ये तीनों कानून रद्द कर दिया जाए, और इसके बदले हम कुछ नहीं मांग रहे। लेकिन उसके जो वो मीडिया वाले हैं, गोदी मीडिया है, वो हम लोगों को क्या क्या नहीं कह रहा। हमारी माँ बहनों को आतंकवादी कहता है, कभी बिकाऊ कहता है, और समाज के सम्मानित लोग
हमारी माँ बहनों को आतंकवादी कहता है। कोई शाहीन बाग में है तो वो आतंकवादी है, जिहादी है। कोई हमारी माँ बहन आई है उसको 100 रुपये में बिका हुआ है, 100 रुपये में बिका हुआ है। मैं एक मुस्लिम हूँ, मेरा नाम एहसान खान है, मैं किसान नहीं हूँ, लेकिन फिर भी मैं सिर्फ इनके सहानुभूति में आया हूँ कि हमारी माँ बहनें, ये बच्चे आतंकवादी नहीं है, ये भी हमारी तरह है। हमारे भाई जो शाहीन बाग में बैठे थे वो आतंकवादी नहीं थे, ये खालिस्तानी नहीं है। अगर खालिस्तानी होते तो यहाँ वो हथियार लेके आते। आप बताइए यहाँ किसके पास हथियार है? समाज में 100 तरीके के लोग होते हैं, लेकिन इसका मतलब ये नहीं कि सारे ही खराब होते हैं। हमारे पर समाज के सम्मानित लोग, अगर कोई ऐसा कोई अगर राजनीतिक बंदा कोई ऐसा बोलता है तो समझ में आता है। और भी जितने सम्मानित लोग हैं हमारी माँ बहनों को कहता है कि 100 रुपये में बिक रहे हैं ये लोग, यहाँ पर ही आके 100 रुपये में धरने पे बैठे हुए हैं। आप बताइए हमारे दिल पे क्या बीतती होगी जब हमारे माँ बहनों को आतंकवादी बोलते हैं, जिहादी बोलते हैं, नक्सलवादी बोलते हैं। क्या मोदी सरकार को सुनाई नहीं देता ये बात कि हमारी माँ बहनों को क्या कहा जा रहा है, कितना बदनाम किया जा रहा है? अपने ही देश के लोगों से, अपने ही लोगों को बदनाम करवा रहे हैं लोग। बताइए यहाँ कौन बंदा हथियार लेके आए हुए? मैं तो रिक्वेस्ट करता हूँ सिर्फ मोदी सरकार से कि किसी भी तरीके से ये 3 कानून वापस ले ले और देश में सिर्फ सुख शांति ही रखे। हम नहीं चाहते कि किसी से किसी की कोई लड़ाई हो, सब मिलजुल के रहना चाहते हैं। आज की डेट में किसी के पास इतना वक्त नहीं है कि हिंदू मुस्लिम सिख ईसाई कुछ करे, वो सब मिल के रहना चाहते हैं। जो ज़रूरतें एक मुसलमान की है वही एक हिंदू की है, वही सिख की है। हर कोई रोजी रोजगार चाहता है, हर कोई ये चाहता है कि उसके बच्चे अच्छे से रहें, अच्छे पढ़े लिखे आगे बढ़े। कोई ये नहीं चाहता कि अपने बच्चों को आतंकवादी बना दे, कोई जिहादी बना दे या कोई लड़ाकू बना दे। आप इस प्रोटेस्ट में देख लीजिए, छोटे छोटे बच्चे आए हुए हैं। कौन चाहता है कि मेरे बच्चे वहाँ सड़क पे आए, जबकि इतनी बीमारी चल रही है, कोई भी नहीं आया हुआ है। बिल्कुल इस वीर ने ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਮੁਸਲਮਾਨ ਭਰਾ ਹੈ ਤੇ ਇਹਦੇ ਹੰਝੂਆਂ ਨੇ ਕੁਝ ਤਾਂ ਤੁਹਾਡੇ ਦਿਲ 'ਚ ਜੋੜੇ ਹੋਣਗੇ, ਕਿਉਂਕਿ ਅੱਖਾਂ ਤੋਂ ਜਿਹੜੇ ਇਹਦੇ ਹੰਝੂ ਨਿਕਲੇ ਨੇ ਨਾ, ਇਹ ਹੰਝੂ ਬਹੁਤ ਸਾਰੇ ਸਿੱਖ ਪਰਿਵਾਰ ਅਜਿਹੇ ਨੇ ਜਿਹੜੀਆਂ ਦੀਆਂ ਅੱਖਾਂ 'ਚੋਂ ਡਿੱਗੇ ਨੇ। ਮਾਵਾਂ ਅੱਜ ਵੀ ਰੋਂਦੀਆਂ ਨੇ। ਬਹੁਤ ਸਾਰੇ ਮੁਸਲਮਾਨ ਵੀਰ, ਉਹਨਾਂ ਦੇ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੂੰ ਅੱਤਵਾਦ ਦੇ ਨਾਮ ਦੇ ਉੱਤੇ ਪ੍ਰਤਾੜਿਤ ਕੀਤਾ ਗਿਆ, ਨਿਆਣਿਆਂ ਨੂੰ ਮਾਰਿਆ ਗਿਆ। ਬੇਸ਼ੱਕ ਗੱਲ ਜੰਮੂ ਕਸ਼ਮੀਰ ਦੀ ਹੋਵੇ, ਪੰਜਾਬ ਦੀ ਹੋਵੇ, ਇਹ ਚੀਜ਼ਾਂ ਹਮੇਸ਼ਾ ਜੋੜੀਆਂ ਗਈਆਂ ਨੇ, ਖਾਸ ਕਰਕੇ ਸਿੱਖ ਕੌਮ ਦੇ ਨਾਲ ਅਤੇ ਮੁਸਲਮਾਨ ਭਾਈਚਾਰੇ ਦੇ ਨਾਲ। ਪਰ ਹੁਣ ਮੋਦੀ ਸਰਕਾਰ ਨੂੰ ਇੱਕ ਚੀਜ਼ ਯਾਦ ਰੱਖਣ ਲੈਣੀ ਚਾਹੀਦੀ ਹੈ ਕਿ ਜਿਹਨਾਂ ਨੂੰ 2% ਕਹਿੰਦੇ ਸੀਗੇ, ਉਹਨਾਂ ਨੇ 2% 100% ਦੇ ਬਰਾਬਰ ਖੜੇ ਕਰਤੇ ਨੇ ਦਿੱਲੀ ਦੀ ਹਿੱਕ ਦੇ ਉੱਤੇ। ਤੇ ਆਹ ਜਿਹੜਾ ਵੀਰ ਮੇਰੇ ਨਾਲ ਖੜਿਆ 35% ਕਾਊਂਟਿੰਗ ਹੈ, ਤੇ ਇਹ ਵੀ ਅਗਰ ਆ ਕੇ ਬਰਾਬਰ ਹੁਣ ਖੜ ਜਾਣ, ਜਿਹਦਾ ਤੁਹਾਨੂੰ ਡਰ ਪੈ ਰਿਹਾ ਹੈ, ਠੀਕ ਹੈ ਜੀ, ਤੇ ਹੁਣ ਤੁਸੀਂ ਆਪ ਸਮਝੋ ਕਿ ਤੁਸੀਂ ਕਿੰਨੇ ਗਲਤ ਪੈਡਾਂ ਤੇ ਤੁਰ ਰਹੇ ਹੋ। ਤੇ ਸਾਨੂੰ ਉਹ ਪੈਡ ਭੰਨਣੇ ਵੀ ਆਉਂਦੇ ਨੇ ਤੇ ਮਿਟਾਣੇ ਵੀ ਆਉਂਦੇ ਨੇ, ਪਰ ਸਾਨੂੰ ਮਜਬੂਰ ਨਾ ਕਰੋ, ਕਿਉਂਕਿ ਅਸੀਂ ਆਪਣੀ ਹੋਂਦ ਨਹੀਂ ਮਿਟਣ ਦਿੰਦੇ, ਅਸੀਂ ਆਪਣੀ ਅਣਖ ਨਹੀਂ ਜਾਣ ਦਿੰਦੇ, ਅਸੀਂ ਆਪਣਾ ਜ਼ਮੀਰ ਨਹੀਂ ਮਰਨ ਦਿੰਦੇ। ਪੂਰੇ ਭਾਰਤ ਨੂੰ ਤੁਸੀਂ ਬੇਵਕੂਫ ਬਣਾਇਆ ਹੋਊਗਾ, ਪਰ ਗੁਰੂਆਂ ਪੀਰਾਂ ਦੀ ਇਸ ਧਰਤੀ ਉੱਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਵਾਸ ਸੀ, ਰਾਜ ਸੀ, ਇਸ ਧਰਤੀ ਦੇ ਚਾਹੇ ਹਿੰਦੂ ਨੇ, ਮੁਸਲਮਾਨ ਨੇ, ਸਿੱਖ ਨੇ, ਈਸਾਈ ਨੇ, ਬੋਧੀ ਨੇ, ਜੈਨੀ ਨੇ, ਉਹਨਾਂ ਨੂੰ ਨਾ ਤੁਸੀਂ ਬੇਵਕੂਫ ਬਣਾ ਸਕਦੇ ਹੋ, ਨਾ ਉਹਨਾਂ ਦਾ ਮੱਥਾ ਲਾ ਸਕਦੇ ਹੋ, ਕਿਉਂਕਿ ਸਾਨੂੰ ਹਿੱਕ ਨਾਲ ਹਿੱਕ ਜੋੜ ਕੇ ਢੇਰੀ ਕਰਨਾ ਬਹੁਤ ਚੰਗੀ ਤਰ੍ਹਾਂ ਆਉਂਦਾ ਆ। ਤੇ ਉਹ ਅਸੀਂ ਅੱਜ ਦਿੱਲੀ ਦੀ ਹਿੱਕ ਉੱਤੇ ਆ ਕੇ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਜਦੋਂ ਤੱਕ ਤੁਸੀਂ ਗੋਡਿਆਂ ਭਾਰ ਆ ਕੇ ਆਪਣਾ ਸਿਰ ਆਪ ਥੱਲੇ ਨਹੀਂ ਝੁਕਾਉਂਦੇ। ਬਹੁਤ ਬਹੁਤ ਧੰਨਵਾਦ ਵੀਰ ਗੱਲ ਕਰਨ ਵਾਸਤੇ। ਤੇ ਦਿਓ ਲਾਓ ਜੀ, ਨਾਰਾ ਲਾਓ। ਮੈਂ ਸੁਰਜੀਤ ਸਿੰਘ ਸੁਲਤਾਨਪੁਰ ਲੋਧੀ ਤੋਂ। ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ, ਸੀਸ ਤਲੀ ਤੇ ਰੱਖਣਾ ਜਾਣਦੇ ਹਾਂ। ਸਾਡੇ ਲੜਦਿਆਂ ਸਿਰ ਲੱਥੇ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਆ। ਮੋਦੀ ਤੋਂ ਬਾਅਦ ਆ ਜਾ ਆਪਣੀਆਂ ਇਹਨਾਂ ਹਰਕਤਾਂ ਤੋਂ। ਤੇਰੀਆਂ ਹਰਕਤਾਂ ਸਾਰੇ ਦੇਸ਼ ਨੂੰ ਤੇਰੇ ਖਿਲਾਫ ਕਰ ਦੇਣਗੀਆਂ ਇੱਕ ਦਿਨ। ਬਸ ਇੰਨਾ ਹੀ ਕਹਿਣਾ ਚਾਹਾਂਗਾ। ਬਹੁਤ ਬਹੁਤ ਧੰਨਵਾਦ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ। ਮੋਰਚੇ ਦੀਆਂ ਹੋਰ ਵੀ ਅਪਡੇਟਸ ਤੁਹਾਡੇ ਤੋਂ ਰੂਬਰੂ ਕਰਦੇ ਰਹਾਂਗੇ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।